ਜਿਉ ਪਿੰਡ ਸਭ ਤੇਰਾ, ਤੂੰ ਅੰਤਰ ਜਾਮੀ ਪੁਰਖ ਭਗਵਾਨ। ਦਾਸਨ ਦਾਸ ਕਹੈ ਜਨ ਨਾਨਕ, ਜਿਹਾ ਤੂੰ ਕਰਾਹੇ ਤੇਹਾ ਹਉ ਕਰੀ ਵਖਿਆਨ। ਸਤਨਾਮ। ਧੰਨ ਵਾਹਿਗੁਰੂ ਸਾਹਿਬ ਜੀਓ। ਸ਼ਲੋਕ ਮਹੱਲਾ ਪਹਿਲਾ। ਰਾਤੀ ਕਾਲ ਘਟਾ ਦਿਨ ਕਾਲ, ਸਿਜੈ ਕਾਇਆ ਹੋਏ ਪਰਾਲ। ਰਾਤੀ ਕਾਲ ਘਟਾ ਦਿਨ ਕਾਲ, ਸਿਜੈ ਕਾਇਆ ਹੋਏ ਪਰਾਲ। ਵਰਤਨ ਵਰਤਿਆ ਸਰਬ ਜੰਜਾਲ, ਭੁੱਲਿਆ ਚੁੱਕ ਗਿਆ ਤਪ ਤਾਲ। ਅੰਧਾ ਝਖ ਝਖ ਪਿਆ ਝੇਰ, ਪਿਛਾ ਰੋਵਹਿ ਲਿਆਵਹਿ ਫੇਰ। ਬਿਨ ਬੂਝੇ ਕਿਛ ਸੂਝੈ ਨਾਹੀ, ਮੋਇਆ ਰੋਹੇ ਰੋਂਦੇ ਮਰ ਜਾਹੀ। ਨਾਨਕ ਖਸਮ ਏਵੈ ਭਾਵੈ, ਸੇਈ ਮੁਏ ਜਿਨ ਚਿਤ ਨ ਆਵੈ। ਨਾਨਕ ਖਸਮ ਏਵੈ ਭਾਵੈ, ਸੇਈ ਮੁਏ ਜਿਨ ਚਿਤ ਨ ਆਵੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਚਵਰ ਛਤਰ ਤਖਤ ਦੇ ਮਾਲਕ ਜੁਗੋ ਜੁਗ ਅਟਲ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏਮਾਨ ਹੋਏ ਬੈਠੇ ਗੁਰੂ ਸਵਾਰੇ ਸਤਸੰਗੀ ਜਨੋ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਰਹਿਮਤ ਬਖਸ਼ਿਸ਼ ਹੋਈ ਹੈ। ਵਡਭਾਗੀ ਹਰ ਸੰਗਤ ਪਾਵੈ, ਭਾਗਹੀਨ ਭ੍ਰਮ ਚੋਟਾਂ ਖਾਵੈ। ਬਿਨ ਭਾਗਾਂ ਸਤਸੰਗ ਨ ਲੱਭੈ, ਬਿਨ ਸੰਗਤ ਮੈਲ ਪਰੀਜੈ ਜੀਓ। ਗੁਰੂ ਜੀ ਦੀ ਕਿਰਪਾ ਦੇ ਨਾਲ ਸਤ ਸੰਗਤ ਕਰਨ ਦਾ ਸੁਭਾਗ ਸਤਿਗੁਰਾਂ ਨੇ ਬਖਸ਼ਿਸ਼ ਕੀਤਾ ਹੈ। ਆਪ ਜੀਆਂ ਨੇ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਜੀ ਦੇ ਚਰਨਾਂ 'ਚ ਬੈਠ ਕੇ ਰੱਬੀ ਬਾਣੀ ਧੁਰ ਕੀ ਬਾਣੀ ਆਈ, ਤਿਨ ਸਗਲੀ ਚਿੰਤ ਮਟਾਈ। ਤਿਨਾਂ ਦੇ ਕੀਰਤਨ ਰਾਗੀ ਜਥੇ ਭਾਈ ਅਸ਼ੋਕ ਸਿੰਘ ਜੀ ਗੰਗਾ ਨਗਰ ਵਾਲੇ, ਉਹਨਾਂ ਤੋਂ ਬੜੇ ਪਿਆਰ ਨਾਲ ਸਰਵਣ ਕੀਤਾ ਹੈ। ਉਸ ਤੋਂ ਉਪਰੰਤ ਚੱਲ ਰਹੀ ਲੜੀਵਾਰ ਸ਼ਬਦ ਵਿਚਾਰ ਧੰਨ ਸ਼੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦਾ ਪਾਵਨ ਪਵਿੱਤਰ ਸ਼ਲੋਕ, ਜਿਸ ਦਾ ਪਾਠ ਆਪ ਜੀਆਂ ਨੇ ਸਰਵਣ ਕੀਤਾ ਹੈ। ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਜੀ ਆਪ ਹੀ ਬਖਸ਼ਿਸ਼ ਕਰਕੇ ਮਤ ਬੁੱਧ ਬਖਸ਼ਿਸ਼ ਕਰਨ, ਤਾਂ ਕਿ ਸ਼ਬਦ ਦੀ ਵਿਚਾਰ ਗੁਰਮਤਿ ਦੀ ਰੌਸ਼ਨੀ ਵਿੱਚ ਹੋ ਸਕੇ। ਆਓ ਜਿੰਨੇ ਵੀ ਆਪਾਂ ਸਤਸੰਗੀ ਗੁਰੂ ਚਰਨਾਂ 'ਚ ਬੈਠੇ ਹਾਂ, ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਜੀ ਸਾਨੂੰ ਮਨ ਦਾ ਟਿਕਾਊ ਬਖਸ਼ਿਸ਼ ਕਰਨ। ਪਿਆਰ ਸਹਿਤ ਮਿਲ ਕੇ ਉਚਾਰਨ ਕਰੋ ਜੀ। ਸਤਨਾਮ ਸ਼੍ਰੀ ਵਾਹਿਗੁਰੂ ਜੀ। ਸਤਨਾਮ
ਸ਼੍ਰੀ ਵਾਹਿਗੁਰੂ ਜੀ। ਅੱਜ ਦੇ ਪਾਵਨ ਪਵਿੱਤਰ ਸ਼ਲੋਕ ਵਿੱਚ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਜੋ ਜੀਵ ਨੂੰ ਸਮਝਾ ਰਹੇ ਹਨ, ਸਹਿਬ ਕਿਰਪਾ ਕਰਦੇ ਨੇ। ਦਿਨ ਤੇ ਰਾਤ ਮਿਲ ਕੇ ਮਨੁੱਖ ਦੀ ਉਮਰ ਜਿਹੜੀ ਹੈ ਇਹ ਘਟਦੀ ਜਾ ਰਹੀ ਹੈ। ਭਾਵ ਕਿ ਦਿਨ ਚੜ੍ਹਿਆ ਹੈ ਤੇ ਚਲਿਆ ਜਾਣਾ ਹੈ, ਰਾਤ ਆਈ ਹੈ, ਦਿਨ ਆ ਜਾਣਾ ਹੈ। ਇਹ ਨਿਰੰਤਰ ਕਾਰਜ ਪ੍ਰਭੂ ਪਰਮਾਤਮਾ ਨੇ ਜਦੋਂ ਤੋਂ ਸ੍ਰਿਸ਼ਟੀ ਬਣਾਈ ਹੈ ਉਦੋਂ ਤੋਂ ਹੀ ਐਸਾ ਹੋ ਰਿਹਾ ਹੈ। ਕੁਦਰਤ ਦਾ ਇਹ ਨਿਯਮ ਬਣਿਆ ਹੋਇਆ ਹੈ ਕਿ ਦਿਨ ਹੈ ਤੇ ਰਾਤ ਆਏਗੀ, ਰਾਤ ਹੈ ਤਾਂ ਦਿਨ ਜ਼ਰੂਰ ਆਏਗਾ। ਇਹ ਜਦੋਂ ਤੋਂ ਪਰਮਾਤਮਾ ਨੇ ਸ੍ਰਿਸ਼ਟੀ ਬਣਾਈ ਐਸਾ ਹੀ ਹੁੰਦਾ ਆ ਰਿਹਾ ਹੈ। ਕਦੀ ਹੋਇਆ ਹੀ ਨਹੀਂ ਹੈ ਕਿ ਦਿਨ ਦਿਨ ਹੀ ਰਿਹਾ ਹੋਵੇ, ਰਾਤ ਰਾਤ ਹੀ ਰਹੀ ਹੋਵੇ। ਦਿਨ ਵੀ ਚੜ੍ਹਦਾ ਹੈ, ਚਲਿਆ ਜਾਂਦਾ ਹੈ, ਰਾਤ ਆਉਂਦੀ ਹੈ, ਚਲੀ ਜਾਂਦੀ ਹੈ। ਸਹਿਬ ਕਿਰਪਾ ਕਰਦੇ ਨੇ। ਦਿਨ ਤੇ ਰਾਤ ਦੇ ਮੇਲ ਨਾਲ ਮਨੁੱਖ ਦੀ ਉਮਰ ਵੀ ਇਸੇ ਤਰ੍ਹਾਂ ਹੀ ਤੁਰੀ ਜਾਂਦੀ ਹੈ, ਕਿਉਂਕਿ ਜਿਹੜਾ ਦਿਨ ਚਲਿਆ ਗਿਆ ਉਹ ਜ਼ਿੰਦਗੀ ਵਿੱਚੋਂ ਵੀ ਨਾਲ ਹੀ ਚਲਿਆ ਗਿਆ। ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਨੇ, ਇਹ ਜਿਹੜੀ ਕਾਇਆ ਹੈ ਇਹ ਛਿੱਜਦੀ ਜਾਂਦੀ, ਭਾਵ ਕਿ ਕਮਜ਼ੋਰ ਹੁੰਦੀ ਜਾਂਦੀ ਹੈ। ਤੇ ਸਾਹਿਬ ਇਹਨੂੰ ਕਾਇਆ ਨੂੰ ਉਦਾਹਰਨ ਦਿੰਦੇ, ਕਹਿੰਦੇ ਪਰਾਲ ਆਪ ਜੀ ਸਮਝਦੇ ਹੋਵੋਗੇ, ਪਰਾਲੀ ਨੂੰ ਕਹਿੰਦੇ ਨੇ। ਜਦੋਂ ਜ਼ਿਮੀਂਦਾਰ ਕਿਸਾਨ ਇਸ ਝੋਨੇ ਦੀ ਫਸਲ ਨੂੰ ਕੱਟਦਾ ਹੈ ਤੇ ਜਦੋਂ ਆਪਾਂ ਕਹਿੰਦੇ ਝੋਨਾ ਝਾੜ ਲਿਆ ਗਿਆ ਤੇ ਪਿੱਛੇ ਕੀ ਬਚਿਆ? ਪਰਾਲੀ ਬਚੀ। ਤਾਂ ਉਹ ਪਰਾਲੀ ਜਿਹੜੀ ਹੈ ਉਹ ਬਹੁਤਾ ਤਰ ਕੰਮ ਨਹੀਂ ਆਉਂਦੀ। ਉਹਨੂੰ ਜ਼ਿਮੀਂਦਾਰ ਕਈ ਵਾਰ ਅੱਗ ਲਾ ਕੇ ਹੀ ਸਾੜ ਦਿੰਦਾ ਹੈ। ਸਾਹਿਬ ਜੀ ਨੇ ਇਸ ਸਰੀਰ ਦੀ ਗੱਲ ਕੀਤੀ ਹੈ ਕਿ ਵੀ ਹੁਣ ਜਿਵੇਂ ਜਿਵੇਂ ਮਨੁੱਖ ਦੀ ਇਹ ਕਾਇਆ ਸਰੀਰ ਢਲਦਾ ਜਾਂਦਾ ਹੈ, ਸਾਹਿਬ ਜੀ ਕਹਿੰਦੇ ਨੇ ਇਸੇ ਤਰ੍ਹਾਂ ਕਮਜ਼ੋਰ ਹੁੰਦਾ ਜਾਂਦਾ ਹੈ। ਹੁਣ ਜਿਸ ਤਰ੍ਹਾਂ ਭਰ ਜੋਬਨ ਜ਼ਬਾਨੀ ਵਿੱਚ ਅੱਖਾਂ ਦੀ ਜੋਤ ਹੈ, ਕੰਨਾਂ ਦਾ ਸੁਣਨਾ ਹੈ, ਹੱਥਾਂ ਦਾ ਕਰਨਾ ਹੈ, ਪੈਰਾਂ ਦਾ ਚੱਲਣਾ ਹੈ, ਦਿਮਾਗ ਦਾ ਸੋਚਣਾ ਹੈ ਜਾਂ ਜ਼ਬਾਨ ਦਾ ਬੋਲਣਾ ਹੈ, ਇਹ ਉਮਰ ਦੇ ਹਿਸਾਬ ਦੇ ਨਾਲ ਫਰਕ ਪੈਂਦਾ ਜਾਂਦਾ ਹੈ। ਤੇ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਅੱਜ ਦੇ ਸ਼ਬਦ ਵਿੱਚ ਜੀਵ ਨੂੰ ਇਹ ਸਮਝਾ ਰਹੇ ਨੇ ਕਿ ਇਹ ਜੀਵ ਜਦੋਂ ਸਮਾਂ ਹੁੰਦਾ ਹੈ ਤੂੰ ਉਦੋਂ ਭੁੱਲ ਜਾਂਦਾ ਹੈ, ਉਦੋਂ ਤੂੰ ਜੰਜਾਲ 'ਚ ਪਿਆ ਹੋਇਆ ਉਸ ਨਿਰੰਕਾਰ ਪਰਮਾਤਮਾ ਵਾਹਿਗੁਰੂ ਦੀ ਵਡਿਆਈ ਨਹੀਂ ਕਰਦਾ। ਪਰ ਜਦੋਂ ਉਹ ਦਿਨ ਆ ਜਾਂਦਾ ਹੈ, ਸੱਦਾ ਆ ਜਾਂਦਾ ਪਰਮਾਤਮਾ ਵੱਲੋਂ, ਜੀਵ ਤੁਰ ਜਾਂਦਾ ਹੈ ਤੇ ਸਾਹਿਬ ਕਹਿੰਦੇ ਫਿਰ ਪਿੱਛੋਂ ਜਿਹੜੇ ਪਰਿਵਾਰ ਹੁੰਦੇ ਆ, ਸਾਖ ਸੰਬੰਧੀ, ਸੱਜਣ ਮਿੱਤਰ, ਦੋਸਤ ਜਿਹੜੇ ਹੁੰਦੇ ਆ, ਉਹ ਫਿਰ ਮਿਲ ਕੇ ਉਸ ਜੀਵ ਨੂੰ ਰੋਂਦੇ ਨੇ ਤੇ ਰੋ ਰੋ ਕੇ ਕੀ ਕਹਿੰਦੇ ਨੇ? ਗੁਰੂ ਨਾਨਕ ਸਾਹਿਬ ਜੀ ਕਹਿੰਦੇ ਰੋ ਰੋ ਕੇ ਇਹ ਕਹਿੰਦੇ ਨੇ ਵੀ ਕਿੱਦਾਂ ਲਿਆਈਏ ਉਹਨੂੰ ਮੋੜ ਕੇ, ਕਿਵੇਂ ਲਿਆਈਏ ਮੋੜ ਕੇ, ਕਿਸ ਤਰ੍ਹਾਂ ਆ ਸਕਦਾ ਹੈ? ਤੇ ਸਾਹਿਬ ਕਹਿੰਦੇ ਇਹ ਤਾਂ ਕੇਵਲ ਥੋਥੀਆਂ ਗੱਲਾਂ ਨੇ, ਪਤਾ ਉਹਨਾਂ ਨੂੰ ਵੀ ਹੈ ਕਿ ਨਹੀਂ ਮੋੜ ਕੇ ਲਿਆਂਦਾ ਜਾ ਸਕਦਾ। ਪਰ ਸਾਹਿਬ ਜੀ ਕਹਿੰਦੇ ਉਸ ਟਾਈਮ ਤੇ ਸਾਰੇ ਇਹੋ ਹੀ ਕਹਿ ਰਹੇ ਹੁੰਦੇ ਨੇ ਕਿ ਕਿਸ ਤਰ੍ਹਾਂ ਮੋੜ ਕੇ ਲਿਆਂਦਾ ਜਾ ਸਕਦਾ ਹੈ ਜੋ ਸਾਡੇ ਵਿੱਚੋਂ ਜੀਵ ਚਲਿਆ ਗਿਆ। ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਕਿਤੇ ਉਹਨਾਂ ਨੂੰ ਵੀ ਇਹ ਸਮਝ ਆ ਜਾਵੇ ਕਿ ਜਿਹਨੂੰ ਅਸੀਂ ਰੋ ਰਹੇ ਹਾਂ ਇਹ ਸਮਾਂ ਸਾਡੇ ਤੇ ਵੀ ਆ ਜਾਣਾ। ਉਹਦੇ ਵੱਲੇ ਵੇਖ ਕੇ ਸਾਹਿਬ ਕਹਿੰਦੇ ਕਿਤੇ ਦੂਜਿਆਂ ਨੂੰ ਵੀ ਪਤਾ ਚੱਲ ਜਾਏ। ਤੋ ਜਿਹੜਾ ਮਰ ਗਿਆ ਪ੍ਰਾਣੀ ਹੈ ਉਹਦੇ ਤੋਂ ਬਾਅਦ ਸਾਹਿਬ ਜੀ ਕਹਿੰਦੇ ਨੇ ਜੇ ਦੂਜੇ ਵੀ ਉਹਦੇ ਤੋਂ ਸਿੱਖਿਆ ਲੈ ਲੈਣ ਵੀ ਇਹ ਦਿਨ ਸਾਡੇ ਤੇ ਵੀ ਆ ਜਾਣਾ ਤੇ ਘੱਟੋ ਘੱਟ ਉਹੀ ਪਰਮਾਤਮਾ ਵਾਲੇ ਬੰਨੇ ਤੁਰ ਪੈਣ। ਅੱਜ ਦੇ ਸ਼ਬਦ ਵਿੱਚ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਇਹ ਕਿਰਪਾ ਕੀਤੀ ਹੈ। ਆਓ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਬਾਣੀ ਵਿੱਚੋਂ ਸਾਹਿਬ ਜੀ ਦੇ ਅਨੇਕਾਂ ਪ੍ਰਮਾਣ ਨੇ ਜਿਨ੍ਹਾਂ ਵਿੱਚ ਸਤਿਗੁਰੂ ਮਹਾਰਾਜ ਜੀ ਕਹਿੰਦੇ ਨੇ ਐ ਮਨੁੱਖ, ਇਹ ਜਿਹੜੀ ਉਮਰ ਹੈ, ਜਿਹੜੀ ਜ਼ਿੰਦਗੀ ਹੈ, ਜੀਵਨ ਹੈ, ਇਹ ਸਦੀਵੀ ਤੌਰ 'ਤੇ ਤਾਂ ਕਿਸੇ ਨੂੰ ਵੀ ਨਹੀਂ ਮਿਲਿਆ ਤੇ ਨਾ ਕੋਈ ਸਦੀਵੀ ਤੌਰ 'ਤੇ ਜਗਤ ਉੱਤੇ ਰਹਿ ਹੀ ਸਕਦਾ ਹੈ। ਸਾਹਿਬ ਜੀ ਦੇ ਬਚਨ ਨੇ ਜਨਮੰ ਤਾਂ ਮਰਨੰ, ਇਹ ਜੀਵ ਜੀ ਦਾ ਜਨਮ ਹੋਇਆ ਹੈ ਉਹਦਾ ਮਰਨ ਵੀ ਅਵਸ਼ ਹੈ। ਭਗਤ ਕਬੀਰ ਸਾਹਿਬ ਜੀ ਨੇ ਬੜੀ ਪਿਆਰੀ ਜੀ ਇੱਕ ਉਦਾਹਰਨ ਦਿੱਤੀ ਹੈ। ਭਗਤ ਕਬੀਰ ਸਾਹਿਬ ਜੀ ਕਹਿੰਦੇ ਨੇ ਜਦੋਂ ਕਮਰੇ ਵਿੱਚ ਹਨੇਰਾ ਹੋਵੇ ਤੇ ਅਸੀਂ ਕੀ ਕਰਦੇ ਹਾਂ? ਰੌਸ਼ਨੀ ਦੇ ਲਈ ਯਤਨ ਕਰਦੇ ਹਾਂ। ਤੇ ਯਤਨ ਕਿਹੜਾ? ਭਗਤ ਕਬੀਰ ਸਾਹਿਬ ਜੀ ਕਹਿੰਦੇ ਇੱਕ ਦੀਵਾ ਲਿਆ ਜਾਂਦਾ ਹੈ, ਉਹਦੇ ਵਿੱਚ ਤੇਲ ਪਾਇਆ ਜਾਂਦਾ, ਉਹਦੇ ਵਿੱਚ ਵੱਟੀ ਰੱਖੀ ਜਾਂਦੀ ਹੈ। ਉਸ ਵੱਟੀ ਨੂੰ ਜਦੋਂ ਅੱਗ ਲਾ ਦਈਏ ਤੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਕਮਰੇ ਦੇ ਵਿੱਚ ਰੌਸ਼ਨੀ ਹੋ ਜਾਂਦੀ ਹੈ। ਮਨੁੱਖ ਨੂੰ ਸਮਝਾਉਣ ਲਈ ਕਹਿ ਰਹੇ ਨੇ ਭਗਤ ਕਬੀਰ ਸਾਹਿਬ ਜੀ, ਕਹਿੰਦੇ ਕਮਰੇ ਵਿੱਚ ਰੌਸ਼ਨੀ ਹੋ ਗਈ ਤੇ ਜਿਸ ਵੇਲੇ ਰੌਸ਼ਨੀ ਹੋਈ ਭਗਤ ਕਬੀਰ ਸਾਹਿਬ ਕਹਿੰਦੇ ਸਾਰੀ ਰਾਤ ਉਹ ਦੀਵਾ ਮੱਚਦਾ ਰਿਹਾ
ਤੇ ਉਸ ਦੀਵੇ ਦਾ ਤੇਲ ਸੁੱਕਦਾ ਗਿਆ, ਭਾਵ ਘਟਦਾ ਗਿਆ। ਤੇਲ ਸੜਦਾ ਰਿਹਾ। ਜਦੋਂ ਤੇਲ ਮੁੱਕ ਗਿਆ, ਤੇਲ ਮੁੱਕਦਿਆਂ ਸਾਰ ਜਿਹੜੀ ਵੱਟੀ ਹੈ ਨਾ ਵਿੱਚ, ਉਹ ਵੀ ਸੜ ਗਈ। ਤੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਨੇ ਤੇਲ ਵੀ ਖਤਮ ਹੋ ਗਿਆ, ਵੱਟੀ ਵੀ ਖਤਮ ਹੋ ਗਈ। ਉਸੇ ਕਮਰੇ ਜਿਹਦੇ ਵਿੱਚ ਬਾੜੀ ਰੌਸ਼ਨੀ ਸੀ, ਉਹ ਕਮਰੇ ਦੇ ਵਿੱਚ ਹਨੇਰਾ ਹੋ ਗਿਆ। ਗੱਲ ਮਨੁੱਖ ਦੀ ਹੈ। ਇਹਦੇ ਵਿੱਚ ਸਵਾਸਾਂ ਰੂਪੀ ਤੇਲ ਹੈ, ਤੇ ਜਦੋਂ ਸਵਾਸਾਂ ਰੂਪੀ ਤੇਲ ਘਟਦਾ ਜਾਂਦਾ ਹੈ, ਆਤਮਾ ਰੂਪੀ ਵੱਟੀ ਵੀ ਜਿਹੜੀ ਹੈ ਉਹਨੇ ਫਿਰ ਆਖਰਕਾਰ ਤਾਂ ਬੰਦ ਹੋ ਹੀ ਜਾਣਾ ਹੈ। ਕਿਉਂਕਿ ਆਤਮਾ ਵੀ ਉਹਨਾਂ ਚਿਰ ਜਿੰਨੀ ਚਿਰ ਸਵਾਸ ਚੱਲ ਰਹੇ ਨੇ, ਸਵਾਸ ਜਦੋਂ ਖਤਮ ਹੋ ਗਏ ਤੇ ਆਤਮਾ ਨੇ ਵੀ ਉਡਾਰੀ ਮਾਰ ਜਾਣੀ। ਭਗਤ ਕਬੀਰ ਸਾਹਿਬ ਜੀ ਕਹਿੰਦੇ ਨੇ ਇਸੇ ਸਰੀਰ ਵਿੱਚ ਰੌਸ਼ਨੀ ਤੋਂ ਭਾਵ ਹੋ ਗਿਆ, ਇਸੇ ਸਰੀਰ ਵਿੱਚ ਜਿਹੜੀ ਸੂਝ ਬੂਝ ਸਮਝ, ਦੇਖਣਾ ਸੁਣਨਾ ਬੋਲਣਾ, ਇਹ ਸਾਰਾ ਕੁਝ ਉਹਨਾਂ ਚਿਰ ਸੀ ਜਿੰਨਾ ਚਿਰ ਇਹਦੇ ਵਿੱਚ ਜੋਤ ਸੀ, ਜਿੰਨਾ ਚਿਰ ਇਹਦੇ ਵਿੱਚ ਆਤਮਾ ਸੀ, ਉਹਨਾਂ ਚਿਰ ਸਾਰਾ ਕੁਝ ਸਮਝ ਆਉਂਦੀ ਹੈ, ਕੀ ਕਰਨਾ ਹੈ ਕੀ ਨਹੀਂ ਕਰਨਾ, ਕੀ ਦੇਖਣਾ ਕੀ ਬੋਲਣਾ ਕੀ ਸੁਣਨਾ ਹੈ। ਤੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਜਦੋਂ ਸਵਾਸ ਖਤਮ ਹੋ ਗਏ, ਨਾਲ ਹੀ ਆਤਮਾ ਉਡਾਰੀ ਮਾਰ ਗਈ, ਫਿਰ ਸਰੀਰ ਰੂਪੀ ਘਰ ਸੁੰਝਾ ਹੋ ਗਿਆ। ਭਗਤ ਜੀ ਦੇ ਬਚਨ ਨੇ ਜਬ ਲਗ ਤੇਲ ਦੀਵੈ ਮੁਖ ਬਾਤੀ, ਤਬ ਸੂਝੈ ਸਭ ਕੋਈ, ਤੇਲ ਜਲੈ ਬਾਤੀ ਠਹਿਰਾਨੀ, ਸੂਨਾ ਮੰਦਰ ਹੋਈ ਰੇ ਬੌਰੇ, ਤੋਹਿ ਘਰੀ ਨ ਰਾਖੈ ਕੋਈ, ਤੂੰ ਰਾਮ ਨਾਮ ਜਪ ਸੋਈ। ਕਾ ਕੀ ਮਾਤ ਪਿਤਾ ਕਹੋ ਕਾ ਕੋ, ਕਵਨ ਪੁਰਖ ਕੀ ਜੋਈ, ਘਟ ਫੂਟੇ ਕੋ ਬਾਤ ਨ ਪੁੱਛੈ, ਕਾਢੋ ਕਾਢੋ ਹੋਈ। ਦੇਵਰੀ ਬੈਠੀ ਮਾਤਾ ਰੋਵੇ, ਖਟਿਆ ਲੈ ਗਏ ਭਾਈ, ਲੜ ਛਿੜਕਾਏ ਤ੍ਰਿਆ ਰੋਵੇ, ਹੰਸ ਅਕੇਲਾ ਜਾਈ। ਭਗਤ ਕਬੀਰ ਸਾਹਿਬ ਜੀ ਕਹਿੰਦੇ ਨੇ ਉਸ ਵੇਲੇ ਜਦੋਂ ਜੀਵ ਤੁਰ ਪਿਆ ਹੈ, ਜੀਵ ਆਤਮਾ ਚਲੀ ਗਈ, ਤੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਰੋਣਾ ਧੋਣਾ ਪੈ ਗਿਆ, ਪਰ ਉਹਨਾਂ ਕੁ ਚਿਰ ਪਿਆ ਜਿੰਨਾ ਚਿਰ ਉਸ ਬੰਦੇ ਨੂੰ ਸ਼ਮਸ਼ਾਨ ਘਾਟ ਤੱਕ ਨਹੀਂ ਲੈ ਗਏ। ਸ਼ਮਸ਼ਾਨ ਘਾਟ ਤੱਕ ਖੜਿਆ, ਉਹਦਾ ਸੰਸਕਾਰ ਕੀਤਾ, ਬਸ ਉਸ ਤੋਂ ਬਾਅਦ 1-2 ਦਿਨਾਂ ਬਾਅਦ ਹੌਲੀ ਹੌਲੀ ਫਿਰ ਇਹ ਦਿਨ ਜਿਹੜੇ ਹੈ ਬੰਦੇ ਨੂੰ ਭੁੱਲਦੇ ਜਾਂਦੇ ਆ। ਇੱਕ ਦਿਨ ਆ ਜਾਂਦਾ ਫਿਰ ਬੰਦਾ ਭੁੱਲ ਹੀ ਜਾਂਦਾ ਹੈ ਕਿ ਜਿਹੜਾ ਮੈਂ ਆਪਣੇ ਹੱਥੀਂ ਜਿਹੜੇ ਜੀਵ ਨੂੰ ਤੋਰਿਆ ਹੈ, ਇਹ ਮੈਨੂੰ ਵੀ ਤੁਰਨ ਦਾ ਟਾਈਮ ਆ ਜਾਣਾ, ਦਿਨ ਆ ਜਾਣਾ ਹੈ। ਸਤਿਗੁਰੂ ਮਹਾਰਾਜ ਕਹਿੰਦੇ ਇਹ ਚੀਜ਼ ਭੁੱਲ ਜਾਂਦਾ ਜੀਵ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਹੋਰ ਵੀ ਬਚਨ ਨੇ। ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਕਹਿੰਦੇ ਮ੍ਰਿਤ ਮੰਡਲ ਜਗ ਸਾਜਿਆ, ਜਿਉਂ ਬਾਲੂ ਘਰ ਬਾਰ। ਬਾਲੂ ਕਹਿੰਦੇ ਨੇ ਰੇਤ ਨੂੰ। ਆਪਾਂ ਦੇਖਿਆ ਜਦੋਂ ਬਚਪਨੇ ਵਿੱਚ ਐਸਾ ਸਾਰੇ ਹੀ ਆਪਾਂ ਖੇਡਦੇ ਰਹੇ ਹਾਂ, ਜਦੋਂ ਰੇਤਾ ਦੇ ਨਾਲ ਮਿੱਟੀ ਨਾਲ ਖੇਡਣਾ, ਰੇਤਾ ਦੇ ਘਰ ਬਣਾਉਣੇ, ਤੇ ਨਿੱਕੇ ਨਿੱਕੇ ਰੇਤ ਦੇ ਘਰ ਬਣਾਓ ਕਿ ਉਹ ਜਿਵੇਂ ਜਿਵੇਂ ਬਣਾਈ ਜਾਣੇ ਨਾਲ ਨਾਲ ਢਹਿੰਦੇ ਜਾਂਦੇ ਸਨ। ਰੇਤ ਦਾ ਘਰ ਕਿਉਂਕਿ ਬਣਦਾ ਨਹੀਂ ਹੈ, ਉਹ ਰੇਤ ਦਾ ਬੱਚੇ ਘਰ ਬਣਾਉਂਦੇ ਨੇ। ਛੋਟਾ ਜਿਹਾ ਘਰ ਰੇਤ ਦਾ ਬਣਾਇਆ, ਫਿਰ ਢਹਿ ਪਿਆ, ਰੇਤ ਦਾ ਘਰ ਬਣਾਇਆ, ਫਿਰ ਢਹਿ ਗਿਆ। ਸਤਿਗੁਰੂ ਮਹਾਰਾਜ ਕਹਿੰਦੇ ਸਰੀਰ ਵੀ ਇੱਕ ਰੇਤ ਦੇ ਘਰ ਦੀ ਤਰ੍ਹਾਂ ਹੀ ਹੈ। ਜਿਵੇਂ ਰੇਤ ਦਾ ਘਰ ਜਿਹੜਾ ਹੈ ਉਹ ਬਣਦਾ ਨਹੀਂ ਹੈ, ਥੋੜ੍ਹੇ ਕੁ ਸਮੇਂ ਵਾਸਤੇ ਹੁੰਦਾ ਹੈ, ਛਿਨ ਵਾਸਤੇ ਫਿਰ ਢਹਿ ਜਾਂਦਾ। ਸਤਿਗੁਰੂ ਮਹਾਰਾਜ ਜੀ ਕਹਿੰਦੇ ਸਰੀਰ ਨੂੰ ਵੀ ਰੇਤ ਦਾ ਘਰ ਹੀ ਸਮਝ। ਮ੍ਰਿਤ ਮੰਡਲ ਜਗ ਸਾਜਿਆ, ਜਿਉਂ ਬਾਲੂ ਘਰ ਬਾਰ, ਬਿਨਸਤ ਬਾਰ ਨ ਲੱਗਈ, ਜਿਉਂ ਕਾਗਦ ਬੂੰਦਾਰ। ਕਹਿੰਦੇ ਕਾਗਜ਼ ਉੱਤੇ ਪਾਣੀ ਦੀ ਬੂੰਦ ਪਈ, ਕਾਗਜ਼ ਗਲ ਗਿਆ। ਸਤਿਗੁਰੂ ਮਹਾਰਾਜ ਕਹਿੰਦੇ ਸੁਣ ਮੇਰੀ ਮਨਸਾ, ਮਨੇ ਮਾਏ ਸਚ ਦੇਖ ਵਿਚਾਰ, ਸਿੱਧ ਸਾਧਕ ਗ੍ਰਹੀ ਜੋਗੀ, ਤਜ ਗਏ ਘਰ ਬਾਰ। ਜੈਸਾ ਸੁਪਨਾ ਰਹਿਣ ਕਾ ਤੈਸਾ ਸੰਸਾਰ, ਦ੍ਰਿਸ਼ਟ ਮਾਨ ਸਭ ਬਿਨਸਿਆ, ਕਿਆ ਲੱਗਹਿ ਗਵਾਰ। ਕਹਾਂ ਸੁਭਾਈ ਮੀਤ ਹੈ ਦੇਖ ਨੈਣ ਪਸਾਰ, ਇੱਕ ਚਾਲੈ ਇੱਕ ਚਾਲਸੇ ਸਭ ਆਪਣੀ ਵਾਰ। ਸਤਿਗੁਰੂ ਮਹਾਰਾਜ ਕਹਿੰਦੇ ਕਦੀ ਨਿਗਾਹ ਮਾਰ ਕੇ ਦੇਖ ਕਿ ਇੱਥੇ ਸਿੱਧ ਜੋਗੀ ਗ੍ਰਹੀ ਗ੍ਰਸਤੀ ਸਭ ਆਏ ਤੇ ਤੁਰ ਗਏ। ਸਤਿਗੁਰੂ ਕਹਿੰਦੇ ਇਹਨੂੰ ਇਸ ਤਰ੍ਹਾਂ ਸਮਝ ਕੇ ਜਿਸ ਤਰ੍ਹਾਂ ਸੁਪਨਾ ਆਉਂਦਾ ਹੈ, ਅੱਖ ਖੁੱਲ੍ਹਦੀ ਹੈ ਤੇ ਜੋ ਕੁਝ ਵੇਖਦੇ ਹਾਂ ਸੁਪਨੇ ਵਿੱਚ ਸਾਰਾ ਕੁਝ ਇੱਕ ਛਿਨ ਵਿੱਚ ਹੀ ਝੂਠ ਲੱਗਦਾ ਹੈ। ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਕਹਿੰਦੇ ਇਸੇ ਤਰ੍ਹਾਂ ਇਹ ਜਿਹੜਾ ਤੂੰ ਸੰਸਾਰ ਨੂੰ ਵੇਖਦਾ ਪਿਆ, ਇਹਦੇ ਵਿੱਚ ਲਿਖ ਲਾ ਵੀ ਕੇਵਲ ਸੁਪਨਾ ਹੀ ਦੇਖਦਾ ਪਿਆ। ਜਿਸ ਦਿਨ ਜਾਗ ਖੁੱਲ੍ਹ ਜਾਏਗੀ ਤੈਨੂੰ ਪਤਾ ਚੱਲ ਜਾਏਗਾ ਤੇ ਸਾਰਾ ਕੁਝ ਅਸਲ ਵਿੱਚ ਸੁਪਨਾ ਹੀ ਸੀ, ਹੋਰ ਕੁਝ ਵੀ ਨਹੀਂ। ਪਰ ਸਤਿਗੁਰੂ ਮਹਾਰਾਜ ਜੀ ਨਿਰਾਸ਼ ਨਹੀਂ ਕਰਦੇ ਜੀਵ ਨੂੰ ਕਿ ਐਸਾ ਨਹੀਂ ਹੈ ਕਿ ਸਿੱਖ ਜਗਤ ਦੇ ਅੰਦਰ ਇਹ ਨਿਰਾਸ਼ਤਾ ਵਾਲੀ ਗੱਲ ਨਹੀਂ ਹੈ ਕਿ ਜਦੋਂ ਬੰਦੇ ਨੂੰ ਪਤਾ ਜਾਣਾ ਹੈ ਤੇ ਬੰਦਾ ਬਿਲਕੁਲ ਹੀ ਜਿਹੜਾ ਹੈ ਉਹ ਆਪਣੇ ਕੰਮ ਧੰਦੇ ਪਰਿਵਾਰ ਜ਼ਿੰਮੇਵਾਰੀਆਂ ਸਮਾਜ ਦੀਆਂ ਵੀ ਛੱਡ ਕੇ ਹੀ ਬੈਠ ਜਾਵੇ। ਸਾਹਿਬ ਕਹਿੰਦੇ ਨਹੀਂ, ਛੱਡਣਾ ਨਹੀਂ ਹੈ, ਸਿਰਫ ਤੇ ਸਿਰਫ ਯਾਦ ਰੱਖਣਾ ਹੈ ਪਰਮਾਤਮਾ ਨੂੰ। ਇਸ ਕਰਕੇ ਰੱਖਣਾ ਕਿ ਉਹਨੇ ਸੱਦ ਲੈਣਾ ਹੈ। ਬੜੀ ਪਿਆਰੀ ਕਿਸੇ ਵਿਦਵਾਨ ਨੇ ਉਦਾਹਰਨ ਦਿੱਤੀ ਹੈ। ਉਹ ਕਹਿੰਦਾ ਜਗਤ ਇੱਕ ਮੁਸਾਫਰਖਾਨਾ ਹੈ, ਜਗਤ ਇੱਕ ਸਰਾਂ ਹੈ, ਤੇ ਸਰਾਂ ਦੇ ਵਿੱਚ ਜੀਵ ਆਉਂਦੇ ਨੇ, ਰਾਤ ਕੱਟਦੇ ਨੇ, ਤੁਰ ਜਾਂਦੇ ਨੇ। ਉਹ ਵਿਦਵਾਨ ਲਿਖਦਾ ਹੈ, ਉਹ ਕਹਿੰਦਾ ਇੱਕ ਸਰਾਂ ਦੇ ਵਿੱਚ ਇੱਕ ਪਰਿਵਾਰ ਆ ਕੇ ਠਹਿਰਿਆ, ਤੇ ਜਦੋਂ ਸਰਾਂ ਦੇ ਵਿੱਚ ਆਏ ਤੇ ਕੀ ਦੇਖਿਆ, ਜਿਸ ਕਮਰੇ ਦੀ ਉਹਨਾਂ ਨੂੰ ਚਾਬੀ ਮਿਲੀ, ਉਹ ਕਮਰਾ ਖੋਲ੍ਹਣ ਤੋਂ ਬਾਅਦ ਕੀ ਤੱਕਿਆ ਉਹਨਾਂ ਨੇ,
ਕਮਰੇ ਦੇ ਵਿੱਚ ਬਹੁਤ ਜ਼ਿਆਦਾ ਗੰਦ ਪਿਆ ਹੋਇਆ ਹੈ। ਕਿਸੇ ਨੇ ਕੇਲੇ ਖਾਧੇ, ਛਿਲੜਾਂ ਉੱਥੇ ਸੁੱਟ ਦਿੱਤੀਆਂ, ਕਿਸੇ ਨੇ ਮੂੰਗਫਲੀ ਖਾਧੀ, ਛਿਲੜਾਂ ਉੱਥੇ ਹੀ ਪਈਆਂ ਹੋਈਆਂ ਨੇ। ਇਸ ਤਰ੍ਹਾਂ ਕਰਕੇ ਉੱਥੇ ਕਮਰੇ ਵਿੱਚ ਗੰਦ ਬਹੁਤ ਹੈ। ਤੇ ਉਹਨਾਂ ਨੇ ਕੀ ਕੀਤਾ, ਪਰਿਵਾਰ ਨੇ, ਫੈਮਿਲੀ ਨੇ ਪਹਿਲਾਂ ਸਾਰੇ ਕਮਰੇ ਨੂੰ ਸਾਫ਼ ਕੀਤਾ। ਸਾਫ਼ ਕਰਨ ਤੋਂ ਬਾਅਦ ਜਦੋਂ ਉਸ ਕਮਰੇ ਵਿੱਚ ਆਰਾਮ ਕਰਨ ਲੱਗੇ ਤੇ ਪਰਿਵਾਰ ਨੇ ਮਿਲ ਕੇ ਇੱਕ ਸਲਾਹ ਕੀਤੀ ਤੇ ਕਹਿੰਦੇ, ਜੇ ਵਾਹਿਗੁਰੂ ਨੇ ਸਾਨੂੰ ਕਿਤੇ ਧਨ ਦੌਲਤ ਦਿੱਤਾ ਹੁੰਦਾ, ਸਾਡੇ ਕੋਲੇ ਵੀ 4 ਪੈਸੇ ਹੁੰਦੇ, ਅਸੀਂ ਵੀ ਸੋਹਣੀ ਸਰਾਂ ਬਣਾਉਂਦੇ, ਲੋਕਾਂ ਦੇ ਰਹਿਣ ਵਾਸਤੇ ਰਹਿਣ ਬਸੇਰਾ ਇੱਕ ਸਰਾਂ ਬਣਾ ਜਾਂਦੇ, ਪਰਉਪਕਾਰ ਦਾ ਕੰਮ ਅਸੀਂ ਕਰ ਜਾਂਦੇ। ਪਰ ਕਹਿੰਦੇ ਨੇ ਦੋਨਾਂ ਜੀਆਂ ਨੇ, ਬੱਚਿਆਂ ਨੇ ਆਪਸ ਵਿੱਚ ਸਲਾਹ ਕੀਤੀ ਵੀ ਇੱਕ ਕੰਮ ਤੇ ਆਪਾਂ ਹੁਣ ਕਰ ਸਕਦੇ ਹਾਂ। ਉਹ ਕਹਿੰਦੇ, ਉਹ ਕਿਹੜਾ? ਕਹਿੰਦੇ, ਜੇ ਆਪਾਂ ਸਰਾਂ ਨਹੀਂ ਬਣਾ ਸਕਦੇ, ਸਾਡੇ ਕੋਲੇ ਪੈਸੇ ਨਹੀਂ ਹੈ, ਤੇ ਇੱਕ ਕੰਮ ਕਰ ਸਕਦੇ ਹਾਂ, ਇਸ ਕਮਰੇ ਨੂੰ ਅਸੀਂ ਸਜਾਵਟ ਦੇ ਸਕਦੇ ਹਾਂ, ਸਜਾ ਸਕਦੇ। ਕਹਿੰਦੇ ਕਿਵੇਂ? ਕਹਿੰਦੇ ਜਿਹੜਾ ਸਮਾਨ ਆਪਾਂ ਆਪਣੇ ਘਰ ਵਾਸਤੇ ਲੈ ਕੇ ਚੱਲੇ ਨਾ, ਸਜਾਵਟ ਵਾਸਤੇ ਫਲਾਵਰ ਲੈ ਕੇ ਚੱਲੇ ਆ, ਹੋਰ ਚੀਜ਼ਾਂ ਨੇ, ਸਿਨਰੀਆਂ ਨੇ ਸੋਹਣੀਆਂ ਸੋਹਣੀਆਂ, ਤੇ ਕਿਉਂ ਨਾ ਹੋ ਸਕੇ ਜੇ ਆਪਾਂ ਇਹ ਕੰਮ ਹੀ ਕਰ ਜਾਈਏ ਤੇ ਕਮਰੇ ਦੀ ਸਜਾਵਟ ਕਰ ਜਾਈਏ। ਕਹਿੰਦੇ ਉਹਨਾਂ ਨੇ ਕੀ ਕੀਤਾ, ਜੋ ਕੁਝ ਘਰ ਦੇ ਵਾਸਤੇ ਸਾਜੋ ਸਮਾਨ ਸਜਾਵਟ ਵਾਸਤੇ ਲੈ ਕੇ ਚੱਲੇ ਸੀ, ਉਹ ਸਾਰਾ ਸਮਾਨ ਜਿਹੜਾ ਸੀ ਸਜਾਵਟ ਵਾਲਾ ਉਸ ਕਮਰੇ ਵਿੱਚ ਕਰ ਦਿੱਤੀ ਸਜਾਵਟ। ਕਮਰਾ ਬੜਾ ਸੋਹਣਾ ਲੱਗਣ ਲੱਗ ਪਿਆ। ਉਸੇ ਹੀ ਸਰਾਂ ਦੇ ਵਿੱਚ ਇੱਕ ਹੋਰ ਵੀ ਪਰਿਵਾਰ ਆ ਕੇ ਠਹਿਰਿਆ ਸੀ। ਉਹਨਾਂ ਨੇ ਕੀ ਕੀਤਾ ਵੀ ਕਮਰੇ ਵਿੱਚ ਤਾਂ ਪਹਿਲਾਂ ਹੀ ਬੜਾ ਗੰਦ ਪਿਆ ਸੀ, ਤੇ ਉਹਨਾਂ ਨੇ ਵੀ ਜੋ ਕੁਝ ਖਾਧਾ ਪੀਤਾ, ਉਹਨਾਂ ਨੇ ਵੀ ਸਾਰਾ ਉੱਥੇ ਗੰਦ ਕਮਰੇ ਵਿੱਚ ਪਾ ਦਿੱਤਾ। ਦਿਨ ਚੜ੍ਹਿਆ ਤੇ ਤੁਰ ਦੋਨੋਂ ਹੀ ਗਏ। ਸਿਰਫ ਸਮਝਾਉਣ ਵਾਸਤੇ ਉਸ ਵਿਦਵਾਨ ਨੇ ਕਿਹਾ, ਕਹਿਣ ਲੱਗਾ ਕਿ ਤੁਰ ਦੋਨੋਂ ਹੀ ਗਏ। ਜਦੋਂ ਸਰਾਂ ਦਾ ਮਾਲਕ ਆਇਆ, ਉਹਨੇ ਸਾਰੇ ਕਮਰੇ ਚੈੱਕ ਕੀਤੇ ਵੀ ਰਾਤ ਪਈ, ਜਿਸ ਤਰ੍ਹਾਂ ਕੋਈ ਰਿਹਾ, ਕਿਸੇ ਦਾ ਕੋਈ ਸਮਾਨ ਨਾ ਰਹਿ ਗਿਆ ਹੋਵੇ। ਤਾਂ ਉਹ ਕਮਰਿਆਂ ਸਾਰਿਆਂ ਨੂੰ ਦੇਖਣ ਲਈ ਜਦੋਂ ਆਇਆ ਤੇ ਕੀ ਵੇਖਦਾ ਹੈ ਕਿ ਕਮਰੇ ਵਿੱਚ ਜਦੋਂ ਉਹਨੇ ਪ੍ਰਵੇਸ਼ ਕੀਤਾ ਤੇ ਕਮਰੇ ਦੀ ਇੰਨੀ ਸਜਾਵਟ ਹੋਈ। ਤੇ ਕਹਿੰਦੇ ਨੇ ਸਰਾਂ ਦਾ ਮਾਲਕ ਉਸ ਕਮਰੇ ਵਿੱਚ ਖਲੋ ਕੇ ਇਹ ਕਹਿੰਦਾ ਹੈ, हे खुदा, हे अल्लाह, हे भगवान, हे वाहिगुरू, मैं तेरे चरनां 'ਚ ਬੇਨਤੀ ਕਰਦਾ, ਇਸ ਸਰਾਂ ਦੇ ਵਿੱਚ ਜੇ ਤੂੰ ਕੋਈ ਭੇਜਣਾ ਹੈ ਯਾਤਰੂ, ਮੁਸਾਫਰ ਭੇਜਣਾ ਹੈ, ਇਹੋ ਜਿਹਾ ਮੁਸਾਫਰ ਯਾਤਰੂ ਭੇਜ। ਕਿੰਨਾ ਸੋਹਣਾ, ਇਸ ਕਮਰੇ ਨਾਲ ਲਗਾਓ ਵੀ ਉਹਦਾ ਕੋਈ ਨਹੀਂ, ਇਸ ਕਮਰੇ ਨਾਲ, ਇਸ ਸਰਾਂ ਨਾਲ ਕੋਈ ਉਹਦਾ ਲਗਾਓ ਨਹੀਂ ਹੈ, ਪਰ ਬਿਨਾਂ ਲਗਾਓ ਤੋਂ ਵੀ ਇੰਨੀ ਸੋਹਣੀ ਸਜਾਵਟ ਕਰ ਦਿੱਤੀ ਕਮਰੇ ਦੀ, ਹਰ ਬੰਦੇ ਦਾ ਇਸ ਕਮਰੇ ਵਿੱਚ ਆਉਣ ਨੂੰ ਜੀ ਕਰਦਾ ਹੈ। ਤੇ ਕਹਿੰਦੇ ਜਦੋਂ ਉਹੀ ਮਾਲਕ ਦੂਜੇ ਕਮਰੇ ਵਿੱਚ ਗਿਆ, ਇੰਨਾ ਗੰਦ ਪਿਆ ਹੋਇਆ ਸੀ, ਤੇ ਉੱਥੇ ਖਲੋ ਕੇ ਕੀ ਕਿਹਾ, हे अल्लाह, हे खुदा, हे भगवान, ਇਹੋ ਜਿਹੇ ਮੁਸਾਫਰਾਂ ਦੀ ਕੋਈ ਲੋੜ ਨਹੀਂ ਹੈ ਜਿਹੜੇ ਇਸ ਮੁਸਾਫਰ ਸਰਾਂ ਖਾਨੇ ਵਿੱਚ ਆ ਕੇ ਇੰਨਾ ਗੰਦ ਪਾ ਕੇ ਕਮਰੇ ਵਿੱਚ ਚਲੇ ਗਏ। ਉਹਨਾਂ ਨੂੰ ਪਤਾ ਹੀ ਕੋਈ ਨਹੀਂ ਸੀ ਜਿੱਥੇ ਅਸੀਂ ਰਹੇ ਹਾਂ ਇਹਦੇ ਵਿੱਚ ਮੈਂ ਕੋਈ ਸਜਾਵਟ ਕਰਨੀ ਸੀ ਜਾਂ ਇਹਨੂੰ ਸਾਫ਼ ਹੀ ਕਰਨਾ ਸੀ, ਐਸਾ ਨਹੀਂ ਕੀਤਾ। ਉਹ ਵਿਦਵਾਨ ਨੇ ਗੱਲ ਕੀਤੀ ਹੈ ਮਨੁੱਖਾਂ ਦੀ, ਕਹਿਣ ਲੱਗੇ ਸੰਸਾਰ ਵੀ ਇੱਕ ਸਰਾਂ ਹੈ, ਸਮਾਜ ਸੰਸਾਰ ਵੀ ਇੱਕ ਮੁਸਾਫਰਖਾਨਾ ਹੈ। ਅਸੀਂ ਆਏ ਹਾਂ ਯਾਤਰੂ ਇਹਦੇ ਵਿੱਚ। ਤੇ ਕਹਿੰਦੇ ਜੇ ਅਸੀਂ ਕੁਝ ਨਹੀਂ ਕਰ ਸਕਦੇ ਤੇ ਘੱਟੋ ਘੱਟ ਪਹਿਲੀ ਗੱਲ ਤੇ ਸਮਾਜ ਪ੍ਰਤੀ ਸੋਚਣਾ ਚਾਹੀਦਾ ਹੈ, ਪਰ ਜੇ ਜ਼ਿਆਦਾ ਕੁਝ ਨਹੀਂ ਕਰ ਸਕਦੇ ਤੇ ਘੱਟੋ ਘੱਟ ਆਪਣਾ ਆਲਾ ਦੁਆਲਾ, ਆਪਣੇ ਸੱਜਣ ਮਿੱਤਰ ਦੋਸਤ ਸਾਂਗ ਸੰਬੰਧੀ ਰਿਸ਼ਤੇਦਾਰ, ਕਹਿੰਦੇ ਘੱਟੋ ਘੱਟ ਉਹਨਾਂ ਨੂੰ ਹੀ ਦੱਸ ਜਾਈਏ ਕਿ ਭਾਈ ਪਰਮਾਤਮਾ ਗੁਰੂ ਦੇ ਲੜ ਲੱਗਣਾ ਚਾਹੀਦਾ ਹੈ। ਆਪਣੇ ਕਾਰੋਬਾਰ ਧੰਦਿਆਂ ਦੇ ਵਿੱਚ ਇੰਨਾ ਖਚਤਾ ਨਾ ਹੋ ਜਾਈਏ ਕਿ ਸਾਨੂੰ ਨਿਰੰਕਾਰ ਹੀ ਭੁੱਲ ਜਾਏ। ਕਹਿਣ ਲੱਗੇ ਅਸੀਂ ਇਸ ਜਗਤ ਸਰਾਂ ਵਿੱਚ ਆਏ ਹਾਂ ਤੇ ਕੁਝ ਨਾ ਕੁਝ ਚੰਗਾ ਸੋਚ ਕੇ ਜਾਈਏ, ਕੁਝ ਚੰਗਾ ਕਰਕੇ ਜਾਈਏ। ਤੇ ਕਹਿਣ ਲੱਗੇ ਕੁਝ ਉਹ ਮੁਸਾਫਰ ਆਉਂਦੇ ਨੇ ਇਸ ਜਗਤ ਰੂਪੀ ਸਰਾਂ ਦੇ ਵਿੱਚ, ਇੱਥੇ ਤਾਂ ਪਹਿਲਾਂ ਹੀ ਬੜਾ ਗੰਦ ਪਿਆ ਹੋਇਆ ਹੈ, ਰਿਸ਼ਵਤਖੋਰੀ ਦਾ ਪਿਆ, ਨਸ਼ਿਆਂ ਦਾ ਪਿਆ ਹੈ, ਕਰਮਕਾਂਡਾਂ ਦਾ ਪਿਆ ਹੈ, ਅਨੇਕਾਂ ਤਰ੍ਹਾਂ ਦੇ ਇੱਥੇ ਤਾਂ ਪਹਿਲਾਂ ਹੀ ਇੰਨੇ ਗੰਦ ਪਏ ਹੋਏ ਨੇ। ਤੇ ਜੇ ਕੋਈ ਆਇਆ ਤੇ ਹੋਰ ਪਾ ਕੇ ਚਲਿਆ ਗਿਆ ਤੇ ਕਹਿੰਦੇ ਕੀ ਰੱਬ ਖੁਸ਼ ਹੋਏਗਾ? ਕਿ ਰੱਬ ਉਸ ਬੰਦੇ ਨੂੰ ਫਿਰ ਜਗਤ ਰੂਪੀ ਸਰਾਂ ਵਿੱਚ ਭੇਜੇਗਾ ਵੀ ਜਾ ਕੇ ਤੂੰ ਹੋਰ ਗੰਦ ਪਾ ਕੇ ਆ? ਰੱਬ ਤਾਂ ਕਹੇਗਾ ਉੱਥੇ ਤਾਂ ਪਹਿਲਾਂ ਹੀ ਬੜਾ ਗੰਦ ਸੀ, ਤੂੰ ਹੋਰ ਪਾ ਕੇ ਆ ਗਿਆ। ਇਹ ਸਿਰਫ ਮਨੁੱਖ ਦੇ ਸਮਝਣ ਵਾਸਤੇ ਹੈ। ਅਸੀਂ ਇਸ ਸਰਾਂ ਵਿੱਚ ਸਾਹਿਬ ਜੀ ਕਹਿੰਦੇ ਏਕ ਰੈਣ ਕੇ ਪਹੁਣ ਤੁਮ ਆਏ, ਬਹੁ ਜੁਗ ਆਸ ਬੰਧਾਏ। ਇਸ ਸੰਸਾਰ ਰੂਪੀ ਸਰਾਂ ਵਿੱਚ ਇਹ ਜੀਵ ਤੂੰ ਇੱਕ ਰਾਤ ਵਾਸਤੇ ਆਇਆ ਤੇ ਲੰਮੀਆਂ ਆਸਾਂ ਲਾ ਕੇ ਬੈਠ ਗਿਆ। ਇਹਦਾ ਭਾਵ ਇਹ ਬਣਦਾ, ਸਤਿਗੁਰੂ ਮਹਾਰਾਜ ਜੀ ਕਹਿੰਦੇ ਇਹ ਜੀਵ ਜਗਤ ਰੂਪੀ ਸਰਾਂ ਵਿੱਚ ਆਇਆ ਹੈ ਤੇ ਕੁਝ ਨਾ ਕੁਝ ਚੰਗਾ ਕਰ ਜਾਈਏ। ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਜੀ ਦੀ ਬਾਣੀ ਵਿੱਚ ਮੇਰੇ ਸਾਹਿਬ ਅਨੇਕਾਂ ਪ੍ਰਮਾਣ ਇਸ ਸੰਬੰਧ ਵਿੱਚ ਦਿੰਦੇ ਨੇ ਕਿ ਇਹ ਪਿਆਰਿਆ, ਇਹ ਜਗਤ ਸੰਸਾਰ ਸਰਾਂ ਦੇ ਵਿੱਚ ਜਿਹੜਾ ਕੋਈ ਆਇਆ ਤੁਰ ਗਿਆ ਹੈ। ਸਾਹਿਬ ਜੀ ਦੇ ਬਚਨ ਨੇ, ਰਾਣਾ ਰਾਉ ਨ ਕੋ ਰਹਿ, ਰੰਗ ਨ ਤੁੰਗ ਫਕੀਰ, ਵਾਰੀ ਆਪੋ ਆਪਣੀ ਕੋਏ ਨ ਬੰਧੈ ਧੀਰ।
ਬਾਬਾ ਫਰੀਦ ਸਾਹਿਬ ਜੀ ਨੇ ਬੜੀਆਂ ਪਿਆਰੀਆਂ ਉਦਾਹਰਨਾਂ ਦਿੱਤੀਆਂ ਨੇ। ਬਾਬਾ ਫਰੀਦ ਸਾਹਿਬ ਜੀ ਕਹਿੰਦੇ, ਕਿਉਂਕਿ ਅੱਜ ਦਾ ਸ਼ਬਦ ਇਸੇ ਸੰਬੰਧ ਵਿੱਚ ਹੀ ਹੈ, ਦਿਨ ਰਾਤ ਕਰਕੇ ਸਾਡੀ ਉਮਰ ਘਟਦੀ ਜਾਂਦੀ ਹੈ, ਉਹ ਸਮਾਂ ਨੇੜੇ ਆ ਜਾਣਾ ਹੈ। ਪਕਾਲ ਤੋਂ ਭਾਵ ਇੱਥੇ ਸਮਾਂ ਉਹ ਨਜ਼ਦੀਕ ਆ ਰਿਹਾ, ਜੀਵ ਦੇ ਦਿਨ ਦਿਨ ਕਰਕੇ ਉਮਰ ਘਟਦੀ ਜਾ ਰਹੀ ਹੈ, ਅਤੇ ਮਨੁੱਖ ਪਰਮਾਤਮਾ ਵਾਲੇ ਬੰਨੇ ਨੂੰ ਤੁਰਨ ਵਾਸਤੇ ਤਿਆਰ ਨਹੀਂ ਹੈ। ਅਤੇ ਸਾਹਿਬ ਜੀ ਕਹਿੰਦੇ ਨੇ, ਜਗਤ ਸੰਸਾਰ ਤੋਂ ਜੀਵ ਦੁਖੀ ਹੋ ਕੇ ਤੁਰ ਜਾਂਦਾ, ਆਖਿਰਕਾਰ ਪਿੱਛੋਂ ਪਰਿਵਾਰ ਰੋਣਾ ਧੋਣਾ 2 4 5 10 ਦਿਨ ਕਰਕੇ ਮੁੜ ਕੇ ਬੈਠ ਜਾਂਦੇ। ਸਤਿਗੁਰੂ ਮਹਾਰਾਜ ਜੀ ਕਹਿੰਦੇ ਨੇ, ਜਿਉਂਦੇ ਜੀ ਆਪਣੀ ਜ਼ਿੰਦਗੀ ਜੀਵਨ ਨੂੰ ਸਵਾਰ ਲੈ। ਤੋ ਗਰੀਬ ਨਿਵਾਜ ਸੱਚੇ ਪਾਤਸ਼ਾਹ ਮਹਾਰਾਜ ਜੀ ਕਹਿੰਦੇ, ਰਾਣਾ ਰਾਓ ਨ ਕੋ ਰਹਿ ਰੰਗ ਨ ਤੁੰਗ ਫਕੀਰ, ਵਾਰੀ ਆਪੋ ਆਪਣੀ ਕੋਏ ਨ ਬੰਧੈ ਧੀਰ। ਤੇ ਬਾਬਾ ਫਰੀਦ ਸਾਹਿਬ ਜੀ ਨੇ ਬੜਾ ਸੁੰਦਰ ਫਰਮਾਨ ਦਿੱਤਾ। ਬਾਬਾ ਫਰੀਦ ਸਾਹਿਬ ਜੀ ਇੱਕ ਉਦਾਹਰਨ ਦਿੰਦੇ ਨੇ, ਕਹਿੰਦੇ ਜਿਸ ਤਰ੍ਹਾਂ ਇੱਕ ਪਰਿਵਾਰ ਵਿੱਚ ਬੱਚੇ ਬੱਚੀ ਦੇ ਵਿਆਹ ਵਾਸਤੇ ਦਿਨ ਨਿਯਤ ਕੀਤਾ ਜਾਂਦਾ ਹੈ, ਪਰਿਵਾਰ ਮਿਲ ਬੈਠ ਕੇ ਦੋਨੋਂ ਪਰਿਵਾਰ ਸਮਾਂ ਨਿਯਤ ਕਰ ਲੈਂਦੇ ਨੇ। ਤੇ ਜਦੋਂ ਸਮਾਂ ਨਿਯਤ ਕੀਤਾ ਜਾਵੇ ਵੀ ਇਸ ਦਿਨ ਉੱਤੇ ਲੜਕੇ ਲੜਕੀ ਦੀ ਸ਼ਾਦੀ ਕੀਤੀ ਜਾਣੀ ਹੈ, ਤੇ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਨੇ, ਦਿਨ ਦੋਨਾਂ ਪਰਿਵਾਰਾਂ ਨੇ ਮਿਲ ਕੇ ਨਿਯਤ ਕਰ ਦਿੱਤਾ, ਮਿਥ ਲਿਆ ਗਿਆ ਦਿਨ। ਤੇ ਕਹਿੰਦੇ ਨੇ, ਜਦੋਂ ਦਿਨ ਮਿਥਿਆ ਗਿਆ, ਉਹ ਦਿਨ ਜਦੋਂ ਆ ਜਾਂਦਾ ਹੈ, ਤੇ ਭਾਵੇਂ ਪਰਿਵਾਰ ਵਿੱਚ ਕਿੱਡੀ ਵੱਡੀ ਵੀ ਕੋਈ ਘਟਨਾ ਕਿਉਂ ਨਾ ਵਾਪਰ ਜਾਏ, ਉਹ ਫਿਰ ਆਖਿਰਕਾਰ ਸਾਕ ਸੰਬੰਧੀ ਪਰਿਵਾਰ ਇੱਕੋ ਗੱਲ ਹੀ ਕਹਿੰਦੇ ਨੇ ਵੀ ਹੁਣ ਕੀ ਕਰ ਸਕਦੇ ਹਾਂ, ਵਸ ਨਹੀਂ ਕਿਸੇ ਦੇ, ਪਰ ਮਿਥਿਆ ਹੋਇਆ ਦਿਨ ਤੇ ਆਪਾਂ ਨਹੀਂ ਨਾ ਅੱਗੇ ਪਿੱਛੇ ਕਰ ਸਕਦੇ। ਭਈ ਇਸ ਤਰ੍ਹਾਂ ਕਰੋ, 2 4 ਜਣੇ ਜਾਓ ਤੇ ਇਹ ਕਾਰਜ ਹੋ ਜਾਵੇ। ਬਾਬਾ ਫਰੀਦ ਸਾਹਿਬ ਜੀ ਕਹਿੰਦੇ, ਇਸੇ ਤਰ੍ਹਾਂ ਮਨੁੱਖ ਦੀ ਗੱਲ ਕੀਤੀ ਹੈ, ਜਿਤ ਦਿਹਾੜੈ ਧਨ ਵਰੀ ਸਾਹੇ ਲੈ ਲਿਖਾਏ। ਉਸ ਟਾਈਮ ਉਹ ਸਮਾਂ ਨਿਯਤ ਕੀਤਾ ਪ੍ਰਮਾਤਮਾ ਨੇ ਵੀ, ਜਿਸ ਦਿਨ ਇਸ ਜੀਵ ਆਤਮਾ ਨੇ ਮੌਤ ਲਾੜੇ ਨਾਲ ਤੁਰ ਜਾਣਾ ਹੈ, ਉਹ ਸਮਾਂ ਨਿਯਤ ਕੀਤਾ ਹੋਇਆ। ਜਿਤ ਦਿਹਾੜੈ ਧਨ ਵਰੀ ਸਾਹੇ ਲਹੇ ਲਿਖਾਏ, ਮਲਕ ਜੇ ਕੰਨੀ ਸੁਣੀ ਦਾ ਮੂੰਹ ਦਿਖਾਲੇ ਆਏ, ਜਿੰਦ ਨਮਾਣੀ ਕੱਢੀਏ ਹੱਡਾਂ ਕੂਕੜ ਕਾਏ। ਬਾਬਾ ਫਰੀਦ ਸਾਹਿਬ ਜੀ ਕਹਿੰਦੇ ਨੇ, ਉਹ ਜਿੰਦ ਨੂੰ ਫਿਰ ਕੱਢ ਕੇ ਜੰਮ ਲੈ ਜਾਂਦੇ ਨੇ। ਤੇ ਬਾਬਾ ਫਰੀਦ ਸਾਹਿਬ ਜੀ ਕਹਿੰਦੇ, ਆਪਣ ਹੱਥੀ ਜੋਲ ਕੇ ਕਾਇਆ ਗੱਲ ਲੱਗੇ, ਤਾਂ ਇਹ ਆਪਣੇ ਹੱਥੀਂ ਆਪਾਂ ਤੋਰਦੇ ਹਾਂ। ਇੱਕ ਸ਼ਬਦ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਮਾਰੂ ਰਾਗ ਵਿੱਚ, ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਉੱਥੇ ਸਰੀਰ ਦੀ ਤੇ ਆਤਮਾ ਦੀ ਦੋਨਾਂ ਦੀ ਗੱਲਬਾਤ ਕਰਾਉਂਦੇ ਹੈ, ਵਾਰਤਾਲਾਪ ਕਰਾਈ ਹੈ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ। ਸਾਹਿਬ ਜੀ ਕਹਿੰਦੇ ਨੇ, ਜਿਹੜਾ ਸਰੀਰ ਹੈ ਨਾ, ਉਹਨੂੰ ਗੁਰੂ ਸਾਹਿਬ ਜੀ ਨੇ ਬਣਾ ਦਿੱਤਾ ਉੱਥੇ ਇਸਤਰੀਵਾਚਕ, ਤੇ ਜਿਹੜਾ ਆਤਮਾ ਉਹਨੂੰ ਬਣਾਤਾ ਪਤੀ। ਸਤਿਗੁਰੂ ਮਹਾਰਾਜ ਜੀ ਕਹਿੰਦੇ, ਸਰੀਰ ਕਾਇਆ ਆਤਮਾ ਪਤੀ ਦੇ ਨਾਲ ਜੋ ਗੱਲਾਂ ਬਾਤਾਂ ਕਰਦੇ ਨੇ ਦੋਨੋਂ, ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਬੜਾ ਸੋਹਣਾ ਨਕਸ਼ਾ ਖਿੱਚਿਆ। ਸਾਹਿਬ ਜੀ ਕਹਿੰਦੇ ਨੇ, ਧਨ ਕਹੈ ਤੂੰ ਵਸ ਮੈਂ ਨਾਲੇ। ਇੱਥੇ ਧਨ ਤੋਂ ਭਾਵ ਹੈ ਕਾਇਆ ਸਰੀਰ। ਕਾਇਆ ਜਿਹੜੀ ਹੈ ਇਹ ਆਤਮਾ ਨੂੰ ਕਹਿੰਦੀ ਹੈ ਕਿ ਤੂੰ ਮੇਰੇ ਨਾਲ ਰਹਿ, ਕਿਉਂਕਿ ਜਿੰਨੀ ਦੇਰ ਤੂੰ ਮੇਰੇ ਨਾਲ ਹੈ ਓਨੀ ਦੇਰ ਹੀ ਤਾਂ ਮੈਂ ਹਾਂ। ਜਦੋਂ ਤੂੰ ਆਤਮਾ ਮੇਰੇ ਚੋਂ ਚਲੇ ਜਾਏਗਾ ਤਾਂ ਮੇਰਾ ਕੀ ਬਣੇਗਾ? ਮੈਂ ਤਾਂ ਤੇਰਾ ਕਰਕੇ ਹੀ ਹੈ ਨਾ। ਧਨ ਕਹੈ ਤੂੰ ਵਸ ਮੈਂ ਨਾਲੇ, ਪ੍ਰੇ ਸੁਖ ਵਾਸੀ ਬਾਲਕ ਪਾਲੇ। ਮੈਂ ਤੇਰੇ ਨਾਲ ਹੀ ਰਹਿ ਕੇ ਜੋ ਦੇਖਣਾ ਸੁਣਨਾ ਬੋਲਣਾ ਚੱਲਣਾ ਇਹ ਤੇਰਾ ਕਰਕੇ ਹੀ ਹੈ। ਤੇ ਜੇ ਆਤਮਾ ਤੂੰ ਨਾ ਮੇਰੇ ਕੋਲ ਰਿਓ ਤੇ ਫਿਰ ਮੇਰਾ ਕੀ ਹਾਲ ਹੋਏਗਾ? ਕਹਿੰਦੇ ਨੇ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਨੇ, ਦੋਨੋਂ ਗੱਲਾਂ ਬਾਤਾਂ ਕਰਦੇ ਨੇ। ਧਨ ਕਹੈ ਤੂੰ ਵਸ ਮੈਂ ਨਾਲੇ, ਪ੍ਰੇ ਸੁਖ ਵਾਸੀ ਬਾਲਕ ਪਾਲੈ, ਤੁਝ ਬਿਨਾ ਹਉ ਕਿਤ ਹੀ ਨਾ ਲੇਖੈ, ਵਚਨ ਦੇ ਛੋੜ ਨਾ ਜਾਸਾ ਹੈ। ਆਤਮਾ ਨੂੰ ਸਰੀਰ ਕਾਇਆ ਇਸਤਰੀ ਕਹਿ ਰਹੀ ਹੈ, ਕਹਿੰਦੀ ਮੈਨੂੰ ਬਚਨ ਦੇ, ਮੇਰੇ ਨਾਲ ਵਾਅਦਾ ਕਰ, ਮੈਨੂੰ ਕਦੀ ਛੱਡ ਕੇ ਨਹੀਂ ਤੂੰ ਜਾਵੇਂਗਾ। ਤੇ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿਣ ਲੱਗੇ, ਫਿਰ ਕਹਿਆ ਹਉ ਹੁਕਮੀ ਬੰਦਾ। ਆਤਮਾ ਰੂਪੀ ਪਤੀ ਨੇ ਅੱਗੋਂ ਕੀ ਜਵਾਬ ਦਿੱਤਾ? ਉਹਨੇ ਕਿਹਾ, ਮੈਂ ਵੀ ਕਿਸੇ ਦੇ ਹੁਕਮ ਵਿੱਚ ਬੱਧਾ ਹੋਇਆ ਹਾਂ। ਫਿਰ ਕਹਿਆ ਹਉ ਹੁਕਮੀ ਬੰਦਾ, ਉਹ ਭਾਰੋ ਠਾਕੁਰ ਜਿਸ ਕਾਨ ਨਾ ਛੰਦਾ। ਉਹ ਬੜਾ ਵੱਡਾ ਮਾਲਕ ਹੈ ਸਾਡਾ ਸਾਰਿਆਂ ਦਾ, ਤੇ ਉਹਨੂੰ ਕਿਸੇ ਦੀ ਕੋਈ ਮਥਾਜੀ ਨਹੀਂ, ਉਹਨੇ ਕਿਸੇ ਤੋਂ ਕੋਈ ਲੈਣਾ ਦੇਣਾ ਨਹੀਂ ਹੈ। ਇਹ ਆਤਮਾ ਪਤੀ ਸਰੀਰ ਕਾਇਆ ਨੂੰ ਅੱਗੋਂ ਜਵਾਬ ਦੇ ਰਿਹਾ ਹੈ। ਗੁਰੂ ਅਰਜਨ ਦੇਵ ਮਹਾਰਾਜ ਨੇ ਕਹਿੰਦੇ ਨੇ, ਫਿਰ ਕਹਿਆ ਹਉ ਹੁਕਮੀ ਬੰਦਾ, ਉਹ ਭਾਰੋ ਠਾਕੁਰ ਜਿਸ ਕਾਨ ਨਾ ਛੰਦਾ, ਜਿਚਰ ਰਾਖੈ ਤਿਚਰ ਤੁਮ ਸੰਗ ਰਹਿਣਾ, ਜਾਂ ਸੱਦੇ ਤਾਂ ਊਠ ਸਦਾਸਾ ਹੈ। ਗੁਰੂ ਅਰਜਨ ਦੇਵ ਮਹਾਰਾਜ ਨੇ ਉਹਨੇ ਕਿਹਾ ਕਿ ਆਤਮਾ ਪਤੀ ਨੇ ਸਰੀਰ ਕਾਇਆ ਨੂੰ ਕਿਹਾ, ਜਿੰਨਾ ਚਿਰ ਪਰਮਾਤਮਾ ਮੈਨੂੰ ਤੇਰੇ ਨਾਲ ਰੱਖੇਗਾ ਮੈਂ ਉਹਨਾਂ ਚਿਰ ਹੀ ਰਵਾਂਗਾ, ਜਾਂ ਸੱਦੇ ਤਾਂ ਊਠ ਸਦਾਸਾ ਹੈ, ਜਦੋਂ ਉਹਨੇ ਸੱਦ ਲਿਆ ਮੈਨੂੰ ਜਾਣਾ ਪੈਣਾ। ਸਾਹਿਬ ਜੀ ਨੇ ਕਿਹਾ, ਜੋ ਪ੍ਰੈ ਬਚਨ ਕਹੇ ਧਨ ਸਾਚੇ। ਜਿਸ ਤਰ੍ਹਾਂ ਆਤਮਾ ਪਤੀ ਨੇ ਸਰੀਰ ਕਾਇਆ ਨੂੰ ਇਹ ਸੱਚੀਆਂ ਗੱਲਾਂ ਸੁਣਾਈਆਂ, ਧਨ ਕਛੂ ਨਾ ਸਮਝੇ ਚੰਚਲ ਕਾਚੇ। ਕਹਿੰਦੇ ਕਾਇਆ ਸਰੀਰ ਇਸਤਰੀ ਇੱਕ ਵੀ ਗੱਲ ਆਤਮਾ ਪਤੀ ਦੀ ਮੰਨਣ ਨੂੰ ਤਿਆਰ ਨਹੀਂ ਹੈ। ਉਹ ਤਾਂ ਕਹਿੰਦੀ ਬਹੁਰ ਬਹੁਰ ਪਿਰ ਹੀ ਸੰਗ ਮੰਗੈ, ਉਹ ਬਾਤ ਜਾਣੇ ਕਰ ਹਾਸਾ ਹੈ। ਕਹਿੰਦੇ ਆਤਮਾ ਪਤੀ ਉਹਦੀ ਗੱਲ ਦੇ ਉੱਤੇ ਹੱਸਦਾ ਹੈ,
ਕਹਿ ਕਾਇਆ ਤੂੰ ਬਾਰ-ਬਾਰ ਜਿੱਦ ਨਾ ਕਰ, ਮੈਂ ਤੈਨੂੰ ਕਿਵੇਂ ਬਚਨ ਦੇ ਸਕਦਾ, ਕਿਵੇਂ ਤੇਰੇ ਨਾਲ ਵਾਅਦਾ ਕਰ ਸਕਦਾ, ਕਿਉਂਕਿ ਮੈਂ ਵੀ ਕਿਸੇ ਦੇ ਹੁਕਮ ਵਿੱਚ ਹਾਂ। ਸਾਹਿਬ ਜੀ ਨੇ ਕਿਹਾ ਜੋ ਪਰੈ ਬਚਨ ਕਹੇ ਤਨ ਸਾਚੇ, ਤਨ ਕਛੂ ਨ ਸਮਝੇ ਚੰਚਲ ਕਾਚੈ, ਬਹੁਰ ਬਹੁਰ ਫਿਰ ਹੀ ਸੰਗ ਮੰਗੇ ਬਾਤ ਜਾਣੇ ਕਰ ਹਾਸਾ ਹੈ। ਤੇ ਸਾਹਿਬ ਕਹਿੰਦੇ ਆਈ ਆਗਿਆ ਪਿਰੋਂ ਬੁਲਾਇਆ, ਆਗਿਆ ਆ ਗਈ ਤੇ ਕਹਿਣ ਲੱਗੇ ਆਤਮਾ ਪਤੀ ਨੂੰ ਪਰਮਾਤਮਾ ਨੇ ਆਵਾਜ਼ ਮਾਰ ਲਈ। ਆਈ ਆਗਿਆ ਪਿਰੋਂ ਬੁਲਾਇਆ, ਨਾ ਧਨ ਪੁਛੀ ਨਾ ਮਤਾ ਪਕਾਇਆ, ਊਠ ਸੁਧਾਇਓ ਸ਼ੂਟਰ ਮਾਟੀ, ਦੇਖ ਨਾਨਕ ਮਿਥਨ ਮੁਹਾਸਾ ਹੈ। ਸਾਹਿਬ ਜੀ ਕਹਿੰਦੇ ਇਸ ਮਿੱਟੀ ਨੂੰ ਛੱਡ ਕੇ ਆਤਮਾ ਉਡਾਰੀ ਮਾਰ ਕੇ ਪਰਮਾਤਮਾ ਨਾਲ ਤੁਰ ਪਿਆ। ਸਾਹਿਬ ਜੀ ਕਹਿੰਦੇ ਨਾ ਕਾਇਆ ਨੂੰ ਪੁੱਛਿਆ, ਨਾ ਕਿਸੇ ਹੋਰ ਨਾਲ ਕੋਈ ਸਲਾਹ ਕੀਤੀ, ਕੋਈ ਮਤਾ ਨਾ ਕੀਤਾ, ਉਡਾਰੀ ਮਾਰੀ ਚਲੇ ਗਏ। ਸਤਿਗੁਰੂ ਮਹਾਰਾਜ ਜੀ ਕਹਿੰਦੇ ਨੇ ਇਸੇ ਤਰ੍ਹਾਂ ਜਦੋਂ ਪਰਮਾਤਮਾ ਦਾ ਹੁਕਮ ਆਉਂਦਾ ਹੈ ਇਸ ਆਤਮਾ ਨੂੰ ਜਾਣਾ ਪੈਂਦਾ। ਕੋਈ ਵੀ ਉਸ ਵੇਲੇ ਇਹ ਨਹੀਂ ਕਿਹਾ ਜਾ ਸਕਦਾ ਕਿ ਮੈਂ ਜਾਣਾ ਨਹੀਂ। ਭਗਤ ਕਬੀਰ ਸਾਹਿਬ ਨੇ ਇੱਕ ਹੋਰ ਸ਼ਬਦ ਕਿਹਾ। ਭਗਤ ਕਬੀਰ ਸਾਹਿਬ ਜੀ ਕਹਿੰਦੇ ਨੇ ਕਿ ਕਈ ਵਾਰ ਕੀ ਹੁੰਦਾ ਹੈ ਕਿ ਬੰਦੇ ਨੂੰ ਇੱਕ ਸਿਰਫ ਵਿਅੰਗ ਕੱਸਿਆ। ਭਗਤ ਕਬੀਰ ਸਾਹਿਬ ਜੀ ਨੇ ਕਹਿੰਦੇ ਕਿਸੇ ਬੰਦੇ ਨੂੰ ਨਾ ਜੰਮ ਲੈਣ ਵਾਸਤੇ ਆਏ, ਵਿਅੰਗ 'ਚ ਗੱਲ ਕੀਤੀ ਹੈ। ਕਹਿੰਦੇ ਕਿਸੇ ਬੰਦੇ ਨੂੰ ਜੰਮ ਲੈਣ ਵਾਸਤੇ ਆਏ ਤੇ ਉਹ ਬੰਦਾ ਕਹਿੰਦਾ ਜੀ ਮੈਨੂੰ ਤੁਸੀਂ ਥੋੜ੍ਹਾ ਜਿਹਾ ਸਮਾਂ ਨਹੀਂ ਦਿਓਗੇ? ਉਹ ਕਹਿੰਦੇ ਸਮਾਂ ਤੇ ਨਹੀਂ ਦੇ ਸਕਦੇ। ਪਰ ਕਿਉਂ ਮੰਗਿਆ ਸਮਾਂ? ਕਹਿੰਦਾ ਹਿਸਾਬ ਕਿਤਾਬ ਕਰਨਾ ਜੇ ਲੋਕਾਂ ਨਾਲ, ਲੈਣ ਦੇਣ ਬੜਾ ਮੇਰਾ ਲੋਕਾਂ ਨਾਲ, ਮੈਂ ਉਹ ਕਰਨਾ ਹੈ। ਉਹ ਕਹਿੰਦੇ ਵੀ ਇਹ ਤਾਂ ਸਮਾਂ ਅਸੀਂ ਦੇ ਨਹੀਂ ਸਕਦੇ। ਤੇ ਕਹਿੰਦੇ ਚਲੋ ਮੈਨੂੰ ਇੱਕ ਰਾਤ ਦਾ ਟਾਈਮ ਤਾਂ ਦੇ ਦਿਓ। ਕਹਿੰਦੇ ਵੀ ਇੱਕ ਰਾਤ ਦੇ ਘੜੀ ਵੀ ਨਹੀਂ ਦਿੱਤਾ ਜਾ ਸਕਦਾ। ਤੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਬੰਦੇ ਦੇ ਕੋਲੇ 4 ਪੈਸੇ ਸੀ ਉਹਦੇ ਕੋਲੇ, ਤੇ ਉਹਨੇ ਸੋਚਿਆ ਵੀ ਇੱਥੇ ਵੀ ਤਾਂ ਸਾਰਾ ਕੁਝ ਚੱਲ ਹੀ ਜਾਂਦਾ ਨਾ। ਉਹ ਕਹਿੰਦਾ ਵੀ ਤੁਹਾਨੂੰ ਮੈਂ ਜੇ ਥੋੜ੍ਹੇ ਬਾਤੇ ਪੈਸੇ ਦਿਆਂ ਤੇ ਫਿਰ ਗੱਲ ਬਣ ਜੂਗੀ। ਉਹ ਕਹਿੰਦੇ ਇੱਥੇ ਰਿਸ਼ਵਤ ਨਹੀਂ ਚੱਲਦੀ, ਅਸੀਂ ਪੈਸੇ ਨਹੀਂ ਲੈਂਦੇ। ਵਿਅੰਗ ਕੱਸਿਆ ਭਗਤ ਕਬੀਰ ਸਾਹਿਬ ਨੇ ਕਿ ਜਿਵੇਂ ਬੰਦੇ ਕੋਲੇ ਧਨਾੜ ਬੰਦਾ ਹੋਵੇ ਤੇ ਉਹ ਇਹ ਕਵੇ ਚੱਲ ਕੋਈ ਗੱਲ ਨਹੀਂ ਜਮਾਂ ਨੂੰ ਵੀ ਆਪਾਂ 4 ਰੁਪਈਏ ਦਿਆਂਗੇ ਤੇ ਉਹਨਾਂ ਨੂੰ ਵੀ ਮੂੰਹ ਬੰਦ ਕਰਾ ਦਾਂਗੇ, ਉਹਨਾਂ ਦਾ ਵੀ ਜਾਓ ਜਾ ਕੇ ਧਰਮਰਾਜ ਨੂੰ ਕਹਿ ਦਿਓ ਵੀ ਅਜੇ ਨਹੀਂ ਉਹਦਾ ਟਾਈਮ ਹੈਗਾ। ਭਗਤ ਕਬੀਰ ਸਾਹਿਬ ਕਹਿੰਦੇ ਇਹ ਗੱਲ ਚੱਲਦੀ ਨਹੀਂ ਹੈ। ਕਹਿਣ ਲੱਗੇ ਆਏ ਜੰਮ, ਉਹਨਾਂ ਨੇ ਕਿਹਾ ਵੀ ਐਸਾ ਅਸੀਂ ਕਰ ਨਹੀਂ ਸਕਦੇ। ਫਿਰ ਅੱਗੋਂ ਭਗਤ ਕਬੀਰ ਸਾਹਿਬ ਕਹਿੰਦੇ ਪਤਾ ਕੀ ਕਹਿੰਦਾ, ਇੱਕ ਤਾਂ ਰਿਸ਼ਵਤ ਦੇਣ ਦੀਆਂ ਗੱਲਾਂ ਕਰਦਾ, ਦੂਜਾ ਧਰਮੀ ਵੀ ਬਣਦਾ। ਕਹਿੰਦਾ ਆਪਾਂ ਇਦਾਂ ਕਰਾਂਗੇ ਰਸਤੇ ਜਾਂਦੇ ਹੀ ਪਾਠ ਪੂਜਾ ਆਪਾਂ ਰਸਤੇ ਜਾ ਕੇ ਕਰ ਲਾਂਗੇ। ਕਹਿੰਦੇ ਵੇਖੋ ਧਰਮੀ ਵੀ ਬਣ ਵਿਖਾਉਂਦਾ ਉਹਨਾਂ ਨੂੰ ਵੀ ਪਾਠ ਪੂਜਾ ਆਪਾਂ ਰਸਤੇ ਜਾਂਦੇ ਤੁਰੇ ਚੱਲਦੇ ਕਰੀ ਚੱਲਾਂਗੇ, ਤੇ ਮੈਨੂੰ ਸਮਾਂ ਦੇ ਦਿਓ। ਕਬੀਰ ਸਾਹਿਬ ਜੀ ਕਹਿੰਦੇ ਐਸਾ ਨਾ ਕਦੀ ਹੋਇਆ ਨਾ ਕਦੀ ਹੋ ਸਕਦਾ ਹੈ। ਭਗਤ ਕਬੀਰ ਸਾਹਿਬ ਜੀ ਕਹਿੰਦੇ ਜਦੋਂ ਜੰਮ ਆਏ ਨੇ ਕਿਆ ਤੈਂ ਖਟਿਆ ਕਹਾਂ ਗਵਾਇਆ, ਚਲੋ ਸਤਾਬ ਦੀਵਾਨ ਬੁਲਾਇਆ, ਚੱਲ ਤਰ ਹਾਲ ਦੀਵਾਨ ਬੁਲਾਇਆ, ਹਰ ਫਰਮਾਨ ਦਰਗਾਹ ਕਾ ਆਇਆ, ਕਰੋ ਅਰਦਾਸ ਗਾਬ ਕਿਛ ਬਾਕੀ, ਲਿਹੋ ਨਵੇੜ ਆਜ ਕੀ ਰਾਤੀ। ਕਹਿੰਦੇ ਮੈਨੂੰ ਥੋੜ੍ਹਾ ਜਿਹਾ ਟਾਈਮ ਦੇ ਦਿਓ ਮੈਂ ਹਿਸਾਬ ਕਿਤਾਬ ਨਿਬੇੜ ਲਵਾਂ। ਤੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਨੇ ਉਹ ਕਹਿੰਦੇ ਅਸੀਂ ਟਾਈਮ ਦੇ ਨਹੀਂ ਸਕਦੇ, ਕਰੋ ਅਰਦਾਸ ਗਾਮ ਕਿਛ ਬਾਕੀ। ਕਹਿੰਦੇ ਨੇ ਕਿ ਜੇ ਤੁਸੀਂ ਟਾਈਮ ਨਹੀਂ ਦੇ ਸਕਦੇ ਤਾਂ ਚਲੋ ਇਸ ਤਰ੍ਹਾਂ ਕਰਦੇ ਹਾਂ ਕਿ ਥੋੜ੍ਹਾ ਸਮਾਂ ਤੁਸੀਂ ਬੈਠੋ, ਸੁਬਹ ਨਵਾਜ਼ ਸਰਾਏ ਗੁਜ਼ਾਰੋ, ਜਿਹੜੀ ਆਪਾਂ ਸਵੇਰ ਦੀ ਨਵਾਜ਼ ਹੈ ਨਾ, ਸਵੇਰ ਦਾ ਜਿਹੜਾ ਪਾਠ ਹੈ ਨਿਤਨੇਮ ਆਪਾਂ ਰਸਤੇ 'ਤੇ ਚੱਲਦੇ ਹੋਏ ਕਰੀ ਚੱਲਾਂਗੇ। ਕਹਿਣ ਲੱਗੇ ਐਸਾ ਹੋ ਨਹੀਂ ਸਕਦਾ। ਉਹ ਕਹਿੰਦੇ ਤੈਨੂੰ ਤਾਂ ਜਾਣਾ ਪਏਗਾ, ਤੂੰ ਆਪਣੀ ਤਿਆਰੀ ਵੱਟ ਤੇ ਤੁਰ ਸਾਡੇ ਨਾਲ। ਸੋ ਕਹਿਣ ਤੋਂ ਭਾਵ ਹੈ ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਨੇ ਜੀਵ ਦੇ ਮਨ ਵਿੱਚ ਇਹ ਵੀ ਕਈ ਵਾਰ ਭੁਲੇਖਾ ਹੈ ਕਿ ਸ਼ਾਇਦ ਇਸ ਜਗਤ ਸੰਸਾਰ ਦੇ ਵਿੱਚ ਹੇਰ ਫੇਰ ਕਰਕੇ ਮੈਂ ਜਿਹੜਾ ਹੈ ਇੱਧਰੋਂ ਉੱਧਰੋਂ ਵੱਜ ਜਾਂਦਾ, ਪਰ ਜਦੋਂ ਸਮਾਂ ਆ ਜਾਂਦਾ ਉਹ ਤਾਂ ਕਿਸੇ ਨੂੰ ਮਾਫ ਨਹੀਂ ਕਰਦਾ। ਮੇਰੇ ਸਾਹਿਬ ਦਾ ਇੱਕ ਹੋਰ ਬਚਨ ਹੈ। ਸਾਹਿਬ ਜੀ ਕਹਿੰਦੇ ਨੇ ਆਵਤ ਕਿਨੇ ਨਾ ਰਾਖਿਆ, ਜਾਵਤ ਕਿਉਂ ਰਾਖਿਆ ਜਾਏ। ਜਦੋਂ ਸੰਸਾਰ ਜਗਤ 'ਤੇ ਆਉਣਾ ਸੀ ਉਦੋਂ ਵੀ ਨਹੀਂ ਕੋਈ ਸਾਨੂੰ ਆਉਣ ਤੋਂ ਰੋਕ ਸਕਿਆ, ਤੇ ਜਾਵਤ ਕਿਉਂ ਰਾਖਿਆ ਜਾਏ। ਵੀ ਜਦੋਂ ਸੰਸਾਰ ਤੋਂ ਜਾਣਾ ਫਿਰ ਕਿਵੇਂ ਕੋਈ ਬਚਾ ਸਕਦਾ ਹੈ, ਕਿਵੇਂ ਕੋਈ ਰੱਖ ਸਕਦਾ ਹੈ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਅੱਜ ਦਾ ਸ਼ਲੋਕ ਇਹੀ ਸਾਰੀ ਵਿਆਖਿਆ ਮੇਰੇ ਸਾਹਿਬ ਜੀ ਨੇ ਕੀਤੀ ਹੈ। ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਕਿਰਪਾ ਕਰ ਰਹੇ ਨੇ ਪਾਵਨ ਪਵਿੱਤਰ ਸ਼ਲੋਕ ਵਿੱਚ ਰਾਤੀ ਕਾਲ ਘਟੈ ਦਿਨ ਕਾਲ। ਸਾਹਿਬ ਜੀ ਕਹਿੰਦੇ ਰਾਤ ਤੇ ਦਿਨ ਇਹਨਾਂ ਦੋਨਾਂ ਦੇ ਮੇਲ ਨਾਲ ਘਟ ਰਿਹਾ ਹੈ ਸਮਾਂ। ਜ਼ਿੰਦਗੀ ਦਾ ਜਿਹੜਾ ਦਿਨ ਚਲਿਆ ਗਿਆ ਅੱਜ ਜ਼ਿੰਦਗੀ ਵਿੱਚੋਂ ਇਹ ਖਤਮ ਹੋ ਗਿਆ। ਤੇ ਸਾਹਿਬ ਜੀ ਕਹਿੰਦੇ ਛਿਜੈ ਕਾਇਆ ਹੋਏ ਪਰਾਲ। ਕਾਇਆ ਛਿਜ ਗਈ, ਕਮਜ਼ੋਰ ਹੋ ਗਈ। ਕਿੰਨੀ ਕੁ ਕਮਜ਼ੋਰ? ਭਗਤ ਜੀ ਕਹਿੰਦੇ ਨੇ ਨੈਣੋ ਨੀਰ ਬਹਿ ਤਨ ਖੀਨਾ, ਇੰਨੀ ਕਮਜ਼ੋਰ ਹੋ ਗਈ। ਨੈਣੋ ਨੀਰ ਬਹਿ ਤਨ ਖੀਨਾ, ਭਏ ਕੇਸ ਦੁੱਧਵਾਨੀ, ਰੂਦਾ ਕੰਠ ਸ਼ਬਦ ਨਹੀਂ ਉਚਰੇ ਅਬ ਕਿਆ ਕਰੈ। ਪ੍ਰਾਨੀ ਕਹਿਣ ਲੱਗੇ ਨਾ ਗਲੇ 'ਚੋਂ ਬੋਲਿਆ ਜਾਂਦਾ ਹੈ, ਨਾ ਸੁਣਦਾ ਹੈ, ਨਾ ਅੱਖਾਂ ਚੰਗੀ ਤਰ੍ਹਾਂ ਦੇਖ ਸਕਦੀਆਂ, ਇੰਨਾ ਸਰੀਰ ਕਮਜ਼ੋਰ ਹੋ ਗਿਆ। ਸਾਹਿਬ ਜੀ ਕਹਿੰਦੇ ਨੇ ਕਾਇਆ ਛਿਜ ਰਹੀ ਹੈ। ਪਰਾਲ ਭਾਵ ਕੇ ਪਰਾਲੀ ਵਾਂਗ, ਭਾਵ ਕਮਜ਼ੋਰ ਇੱਥੇ ਅਰਥ ਕੀਤੇ ਵਿਦਵਾਨਾਂ ਨੇ। ਸਾਹਿਬ ਜੀ ਕਹਿੰਦੇ ਨੇ ਵਰਤਨ ਵਰਤਿਆ ਸਰਬ ਜੰਜਾਲ। ਜਿਹੜਾ ਮਨੁੱਖ ਨੇ ਏਡਾ ਵੱਡਾ ਜੰਜਾਲ ਪਾਇਆ ਹੋਇਆ ਸੀ ਨਾ,
एडा खलारा पाया होया सी। सब कहते इस जंजाल दे विच ही मनुख इन्ना क फस गया, किन्ना क फसिया। साहब कहते भुलिया चुक गया तपताल, इन्ना भुल गया, इन्ना भुल गया, इन्ना खचत हो गया। तपताल के अर्थ किए ने विद्वानां ने कि जिंदगी का वो समा जिहड़ा सी ना प्रभु परमात्मा वाहिगुरू की याद वाला, सिमरन सेवा वाला, वो भुल ही गया है। भाव के निरंकार परमात्मा परमेश्वर नूं भुल ही गया। जिहड़ी जिंदगी असली कार्य सी वो तो बंदे ने सारी जिंदगी भुला के रखिया, उधर याद ही कदी नहीं किया। साहब कहते अंधा झख झख पया झेर। साहब जी कहते अज्ञानी मनुख, अंधा मनुख जिहड़ा है सारी जिंदगी इस तरह झक झक करता होया, भाव के सारी जिंदगी अपनी धंधियां विच ही खचत करके ते साहब जी कहते इसे दे विच ही तुर गया संसार जगत तो। ते साहब कहते पिछे रोवैं लियावैं फेर। पिछे रोवे का मतलब उसदे पिछों जाण तो बाद उस फिर परिवार साख संबंधी मिल के रोंदे ने ते की कहंदे ने लियावैं फेर। कहंदे किस तरह लियाईए उहनूं, कित्थों लियाईए, किवें लभीए, किद्दां मोड़ मोड़ के लियाईए। सतगुरु महाराज जी कहते यही गल्लां उस जीव दे कोले बह के फिर सारे करदे ने। ते धन श्री गुरु नानक देव महाराज जी कहते ने बिन बूझे किछ सूझै नाही, बिना समझ तो बिना सोझी तो उन्होंने पता ही नहीं लग रहा भी नहीं मोड़ के लिया जा सकता, नहीं वो वापस आ सकता। पर यह गल कहते ने बिना समझ तो, बिना सूझबूझ तो, बिना गुरु के ज्ञान तो नहीं समझ आ सकती कि जिहड़ा तुर गया प्राणी है भई उन्होंने असीं मोड़ के नहीं लिया सकते। साहब जी कहते मोया रोंदे मोया रूहे रोंदे मर जाही। साहब जी कहते जिहड़ा मर गया पिछों रो रो के बेहाल हो जाते हैं जीव, ते रो रो के आप खपते ने। साहब जी ने खप खप के फिर कुछ दिनों बाद थक हार के बह जाते हैं। साहब जी कहते उन्होंने इस गल का पता ही नहीं है कि जिसनों असी रो रहे हैं नहीं मुड़ के लिया जा सकता, वो नहीं आ सकता। पर साहब जी कहते हैं मोया नूं रोंदियां रोंदियां आप खपते ने, मरते ने। तो श्री गुरु नानक देव सच्चे पातशाह जी कहते खप खप के वो जीव भी आखिरकार मर जाते ने। पर साहब जी कहते जिहड़ा तुर गया उन्होंने कोई ना मोड़ के लिया सकिया। नानक खसमै एवै भावै। पर मेरे मालक परमात्मा नूं इसे तरह ही चंगा लगता है, मेरे परमेश्वर नूं यही गल चंगी लगती है। किहड़ी गल चंगी लगती है कि जिस तरह जगत उत्ते आउंदा है जीव, कोई याद रखदा उन्होंने, कोई नहीं याद रखदा, किसी नूं मरना याद है किसी नूं नहीं याद। ये परमात्मा तेनों इस तरह ही पाउंदा होवेगा। तू जिस तरह जीव नूं लाया उसे तरह लगे हुए ने। साहब जी ने कहा सेई मोए जिन चित्त ना आवै। साहब जी कहते हैं भई असल विच ये कह लीए कि जिन्होंने परमात्मा भुल गया, परमेश्वर भुल गया, वो तो जिउंदे जी भी असल विच मरे हुए ही ने। क्योंकि साहब जी के बचन ने सतगुरु महाराज कहते सो जीविया जिस मन वसिया सोए नानक अवर ना जीवै कोय। साहब जी कहते अत सुंदर कुलीन चतर मुख ज्ञानी धनवंत मृतक कहिए नानका जिह प्रीत नहीं भगवंत। सतगुरु गरीब नवाज पातशाह महाराज जी कहते भाई वो भी मरे जिन्होंने प्रभु परमात्मा चित नहीं आ रहा, आखां जीवा विसरै मर जाऊं। साहब कहते एक तो वह मरण का जिक्र करता जिहड़ा शरीर का मरना सी, वो पहलियां सारियां पंक्तियां में जिक्र किया। पर साहब जी अखीरली पंक्ति में यह भी कह दिता भाई वो तो मरना अटल सच्चाई है ना, पर एक ये भी मरना है कि जो जीव परमात्मा निरंकार परमेश्वर नूं भुल जाता है उदों ये भी एक मरना ही है, आत्मिक मौत है। साहब जी कहते हैं प्रभु परमात्मा नूं याद रखिया होया जीव आत्मिक तौर पर जिंदा रह सकता है। तो आत्मिक तौर पर जिंदा होगा तो जीव नूं फिर ये भी पता लगेगा कि ये दिन जिहड़ा है चढ़िया होया ये चलिया गया, नाल जिंदगी का समा भी घट गया। साहब जी कहते फिर उस इंसान नूं जदों जगत संसार तो जाना चेते होएगा, मालक प्रभु की वह वडियाई करेगा, सिफत करेगा। इन्हां फिर समाज संसार विच रहिंदियां होइयां झमेलियां दे विच खचत हो के निरंकार नूं नहीं भुलेगा। साहब जी कहते ने परिवार गृहस्थ समाज विच रह के वो अपना जीवन मालक के चरणों नाल जोड़ के सुचज्जा सोहना बना लेगा। वो इस जगत संसार विच आया होया अपने आप नूं भी सवारेगा ते जिन्नी को दी कोशिश होएगी इस जगत सराम मुसाफरखाने विच भी इनू संवारन लई वो यतनशील रहेगा, जिन्हों प्रभु परमात्मा परमेश्वर याद है। सतगुरु कृपा करन गरीब निवास सच्चे पातशाह जी निरंकार परमेश्वर परमात्मा की याद साडे हिरदे च बड़े ते सानू जगत संसार तो जाना इस गल का याद होना चाहिए भी ये अटल सच्चाई है, इसनों जीव नूं प्रवान करना चाहिए है।
ਮਾਲਕ ਕਿਰਪਾ ਕਰੇ ਗੁਰੂ ਚਰਨਾਂ ਨਾਲ ਜੁੜ ਕੇ ਆਪਣਾ ਲੋਕ ਸੁਖੀਆ ਪਰਲੋਕ ਸਹੇਲਾ ਕਰ ਸਕਦੇ ਹਾਂ। ਭੁੱਲ ਚੁੱਕ ਦੀ ਖਿਮਾ। ਪਿਆਰ ਸਾਹਿਬ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।